ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦਾ ਵਿਸ਼ੇਸ਼ ਪ੍ਰੋਗਰਾਮ ਮੁਲਾਜ਼ਮ ਲਹਿਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੁਲਾਜ਼ਮ EMPLOYEES ਇੱਕ ਸੈਕਟਰ EMPLOYEES ਉਹ ਸੈਕਟਰ ਹੈ ਜੋ ਆਮ ਸੁਸਾਇਟੀ ਦੀ ਇੱਕ ਬੈਕਬੋਨ ਹੈ। ਅਕਸਰ ਜਦ ਨੌਜਵਾਨ ਘਰ ਸਰਕਾਰੀ ਨੌਕਰੀ ਲੈ ਕੇ ਆਉਂਦਾ ਹੈ ਤਾਂ ਆਲੇ ਦੁਆਲੇ ਖੁਸ਼ੀਆਂ ਖੇੜੀਆਂ 'ਚ ਆ ਜਾਂਦੀਆਂ ਨੇ। ਆਲੇ ਦੁਆਲੇ ਰਿਸ਼ਤੇਦਾਰ, ਦੋਸਤ, ਮਿੱਤਰ ਸਾਰੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਸਰਕਾਰੀ ਨੌਕਰੀ ਜਦ ਇੱਕ ਨੌਜਵਾਨ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦਾ ਹੈ ਤਾਂ ਕਿਹਨੂੰ ਖੁਸ਼ੀ ਨਾ ਹੋਵੇ। ਪਰ ਇੱਕ ਪਾਸਾ ਇਹ ਵੀ ਹੈ ਕਿ ਉਸ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ। ਸਾਡੇ ਨਾਲ ਮੌਜੂਦ ਨੇ ETT ਟੈਟ ਪਾਸ ਅਧਿਆਪਕ ਯੂਨੀਅਨ 6505 ਦੇ ਸਟੇਟ ਪ੍ਰੈਜ਼ੀਡੈਂਟ ਕਮਲ ਠਾਕੁਰ ਜੀ ਅਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੋਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਭ ਤੋਂ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਵੀ ETT ਟੈਟ ਪਾਸ ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ ਜਿਹੜੀ ਤੁਹਾਡੀ ਯੂਨੀਅਨ ਦਾ ਨਾਮ ਹੈ ਇਹ ਕਿਵੇਂ ਪਿਆ ਅਤੇ ਇਹਦਾ ਕੀ ਉਦੇਸ਼ ਕੀ ਹੈ? ਵੀਰ ਜੀ, ਸਾਲ 2016 ਦੇ ਵਿੱਚ ਅਸੀਂ ਸਾਰੇ ਉਦੋਂ ਬੇਰੁਜ਼ਗਾਰ ਸੀਗੇ। ਅਸੀਂ ਟੈਟ ਦਾ ਐਗਜ਼ਾਮ ਪਾਸ ਕਰ ਚੁੱਕੇ ਸੀਗੇ, ਬਟ ਉਸ ਟਾਈਮ ਦੀ ਮੌਜੂਦਾ ਅਕਾਲੀਆਂ ਦੀ ਸਰਕਾਰ ਜਿਹੜੇ ਸਾਨੂੰ ਰੁਜ਼ਗਾਰ ਦੇਣ ਤੋਂ ਭੱਜ ਰਹੀ ਸੀਗੀ ਅਤੇ ਮਜਬੂਰ ਹੋ ਕੇ ਅਸੀਂ ਸਾਰਿਆਂ ਨੇ ਬਠਿੰਡੇ ਵਿੱਚ ਜਾ ਕੇ ਇੱਕ ਪਿੰਡ ਦਾ ਨਾਮ ਹੈ ਜੈ ਸਿੰਘ ਵਾਲਾ, ਜਿਹੜਾ ਬਾਦਲ ਸਾਹਿਬ ਜਿਹੜੇ ਉਸ ਟਾਈਮ ਦੇ ਆਪਣੇ CM ਸਾਹਿਬ ਸੀਗੇ ਉਹਨਾਂ ਦੇ ਪਿੰਡ ਬਾਦਲ ਤੋਂ 2 ਜਾਂ 3 ਪਿੰਡ ਪਹਿਲਾਂ ਆਉਂਦਾ ਹੈ ਜੈ ਸਿੰਘ ਵਾਲਾ ਪਿੰਡ। ਅਸੀਂ ਉੱਥੇ ਲਗਾਤਾਰ 7 ਮਹੀਨੇ ਧਰਨਾ ਲਗਾਇਆ ਸੀਗਾ, ਦਿਨ ਰਾਤ ਦਾ। ਟੈਂਕੀ ਉੱਤੇ ਚੜ੍ਹ ਕੇ ਉੱਥੇ ਹਰ ਤਰ੍ਹਾਂ ਦਾ ਹੀ ਕਸ਼ਟ ਝੱਲਿਆ। 7 ਮਹੀਨੇ ਉੱਥੇ ਬਹਿ ਕੇ ਸੰਘਰਸ਼ ਕਰਕੇ ਉਸ ਧਰਤੀ ਦੇ ਉੱਤੇ ਉੱਥੋਂ ਦੀ ਸੜਕਾਂ ਦੇ ਉੱਤੇ ਸਾਡੇ ਖੂਨ ਡੁੱਲੇ, ਸਾਡੀਆਂ ਹੱਡੀਆਂ ਟੁੱਟੀਆਂ, ਕਈ ਤਰ੍ਹਾਂ ਦੇ ਸਾਡੇ ਉੱਤੇ ਜ਼ੁਲਮ ਹੋਏ। ਪਰ ਐਟ ਦਾ ਲਾਸਟ ਅਸੀਂ ਉੱਥੇ ਸਾਰੇ ਜਣੇ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਘਰਾਂ ਦੇ ਵਿੱਚ ਵਾਪਸ ਗਏ ਸੀਗੇ। ਸੋ ਉਸ ਤੋਂ ਬਾਅਦ ਜਿਹੜੀ ਅਸੀਂ ਆਪਣੀ ਜਦੋਂ ਜਥੇਬੰਦੀ ਰਜਿਸਟਰ ਕਰਾਈ ਹੈ ਅਤੇ ਅਸੀਂ ਆਪਣੇ ਨਾਲ ਜੈ ਸਿੰਘ ਵਾਲਾ ਜਿਹੜਾ ਨਾਮ ਹੈ ਉਹ ਅਸੀਂ ਟੁੱਟਣ ਨਹੀਂ ਦਿੱਤਾ। ਅਸੀਂ ਆਪਣੀ ਜਥੇਬੰਦੀ ਦਾ ਨਾਮ ਹੀ ਜੈ ਸਿੰਘ ਵਾਲਾ ਤੋਂ ਨਾਮ ਰੱਖਿਆ। ਸੋ ਸਾਡੀ ਜਿਹੜੀ ਟੋਟਲ ਜਿਹੜੇ ਅਸੀਂ ਟੀਚਰ ਆ ਉਹ 6505 ਟੀਚਰ ਹੈ। ਸੋ ਅਸੀਂ ਆਪਣੀ ਜਿਹੜੀ ਜਥੇਬੰਦੀ ਦਾ ਨਾਮ ਰੱਖਿਆ ETT ਟੈਟ ਪਾਸ ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ। ਜੈ ਸਿੰਘ ਵਾਲਾ ਸਾਡੀ ਇੱਕ ਜਿਹੜੀ ਕਹਿ ਲਓ ਸਾਡੀ ਹੋਂਦ ਹੈ। ਜੈ ਸਿੰਘ ਵਾਲਾ ਤੋਂ ਹੀ ਸਾਡੀ ਹੋਂਦ ਬਣੀ ਸੀਗੀ। ਜੈ ਸਿੰਘ ਵਾਲਾ ਤੋਂ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਆ ਉਹਨਾਂ ਦੀ ਜਿਹੜੀ ਅੱਗ ਆ ਉੱਥੋਂ ਲੈ ਕੇ ਗਏ ਸੀਗੇ, ਜਿਹਦੇ ਨਾਲ ਅੱਜ ਸਾਡੇ ਘਰਾਂ ਦੇ ਵਿੱਚ ਰੋਟੀ ਬਣਦੀ ਪਈ ਹੈ। ਠੀਕ ਹੈ। ਕੀ ਪਰੇਸ਼ਾਨੀਆਂ ਆਈਆਂ ਜੀ ਉਸ ਤੋਂ ਬਾਅਦ ਜਦੋਂ ਤੁਹਾਨੂੰ ਰੁਜ਼ਗਾਰ ਮਿਲ ਗਿਆ? ਉਸ ਤੋਂ ਬਾਅਦ ਸਮੇਂ-ਸਮੇਂ 'ਤੇ ਕੀ ਦਿੱਕਤਾਂ ਆਈਆਂ ਜੀ? ਵੀਰ ਜੀ, ਦਿੱਕਤਾਂ ਤਾਂ ਕਈ ਆਈਆਂ ਉਸ ਤੋਂ ਬਾਅਦ, ਪਰ ਜਿਹੜੀ ਸਭ ਤੋਂ ਵੱਡੀ ਦਿੱਕਤ ਆਈ ਆ ਉਹ ਸਾਨੂੰ ਆਈ ਸੀਗੀ ਪੂਰੇ ਨੌਕਰੀ ਕਰਨ ਤੋਂ 2 ਸਾਲ ਬਾਅਦ। ਮੈਂ ਦੱਸਣਾ ਚਾਹੁੰਦਾ ਵੀ ਅਸੀਂ 2016 ਦੇ ਵਿੱਚ ਜੋ ਸਾਡੀ ਉਸ ਟਾਈਮ ਦੇ ਉੱਤੇ ਐਡਵਰਟਾਈਜ਼ਮੈਂਟ ਆਈ ਸੀਗੀ ਉਹਦੇ ਇੱਕ ਪੁਆਇੰਟ ਨੂੰ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦਿਆਂ ਹੋਇਆ ਔਨ ਮੈਰਿਟ ਅਸੀਂ ਸਾਰੇ ਸਿਲੈਕਟ ਹੋਏ ਸੀਗੇ। ਪਰ 2 ਸਾਲ ਬੀਤਣ ਤੋਂ ਬਾਅਦ ਵਿਭਾਗ ਵੱਲੋਂ ਸਾਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਵੀ ਤੁਸੀਂ ਸਾਡੇ ਕੋਲੋਂ 2 ਸਾਲ ਪਹਿਲਾਂ ਵੱਧ ਭਰਤੀ ਹੋ ਗਏ ਹੋ ਅਤੇ ਦੱਸੋ ਤੁਹਾਨੂੰ ਨੌਕਰੀ ਤੋਂ ਕਿਉਂ ਨਾ ਕੱਢਿਆ ਜਾਵੇ। ਅੱਛਾ। ਜਿਸ ਦਾ ਬੇਸ ਇਹਨਾਂ ਨੇ ਇਹ ਬਣਾਇਆ ਵੀ ਜਦੋਂ ਸਾਡੀ ਰਿਕਰੂਟਮੈਂਟ ਹੁੰਦੀ ਪਈ ਸੀਗੀ ਉਸ ਟਾਈਮ 'ਤੇ ਕੋਈ ਸਾਈਡ ਬਾਈ ਸਾਈਡ ਕੋਈ ਕੇਸ ਲੱਗਾ ਹੋਇਆ ਸੀਗਾ। ਕੁਝ ਕੈਂਡੀਡੇਟ ਸੀ ਜਨਰਲ ਕੈਟਾਗਰੀ ਦੇ ਜਿਨ੍ਹਾਂ ਦੀ ਏਜ ਜਿਹੜੀ 37 ਸਾਲ ਤੋਂ ਵੱਧ ਹੋ ਚੁੱਕੀ ਦੀ ਸੀਗੀ ਅਤੇ ਉਹਨਾਂ ਨੇ ਉਸ ਚੀਜ਼ ਨੂੰ ਚੈਲੰਜ ਕੀਤਾ ਹੋਇਆ ਸੀ ਕੋਰਟ ਵਿੱਚ। ਬੇਸਿਕਲੀ ਜਨਰਲ ਕੈਟਾਗਰੀ ਦੀ ਨੌਕਰੀ ਲੈਣ ਦੇ ਲਈ ਪੰਜਾਬ ਸਰਕਾਰ ਦੇ ਵਿੱਚ 37 ਸਾਲ ਦੀ ਉਮਰ ਹੋਣੀ ਚਾਹੀਦੀ ਹੈ, ਪਰ ਉਹ 37 ਸਾਲ ਤੋਂ ਵੱਧ ਹੋ ਚੁੱਕੇ ਸੀਗੇ। 2 ਸਾਲ ਬਾਅਦ ਜਾ ਕੇ ਉਹਨਾਂ ਦਾ ਜਿਹੜਾ ਕੇਸ ਆ ਉਹਨਾਂ ਦੇ ਫੇਵਰ 'ਚ ਆ ਗਿਆ ਸੀਗਾ ਅਤੇ ਡਿਪਾਰਟਮੈਂਟ ਨੇ ਉਹਨਾਂ ਨੂੰ ਨੌਕਰੀ ਦੇ ਅੰਦਰ ਲੈ ਲਿਆ ਅਤੇ ਸਾਨੂੰ ਕਹਿੰਦੇ ਵੀ ਤੁਸੀਂ ਵੱਧ ਭਰਤੀ ਹੋ ਗਏ ਹੋ। ਬਟ ਐਕਚੁਅਲ ਦੇ ਵਿੱਚ ਉਹਨਾਂ ਸਾਥੀਆਂ ਨੂੰ ਅੰਦਰ ਲੈਣ ਦੇ ਬਾਵਜੂਦ ਵੀ ਅਸੀਂ ਵੱਧ ਭਰਤੀ ਨਹੀਂ ਹੋਏ ਦੇ। ਸਟਿਲ ਅੱਜ ਵੀ ਸਾਡੀ ਉਸ ਭਰਤੀ ਵਿੱਚ ਅੱਜ ਵੀ ਲਗਭਗ 200 ਦੇ ਲਗਭਗ ਪੋਸਟਾਂ ਖਾਲੀ ਹੈ ਸਾਡੀ ਹੀ ਕੈਟਾਗਰੀ ਦੀਆਂ। ਅੱਛਾ। ਪਰ ਵਿਭਾਗ ਸੁਣਨ ਨੂੰ ਤਿਆਰ ਨਹੀਂ ਹੈ। ਵਿਭਾਗ ਦੀਆਂ ਕੁਝ ਆਪਣੀਆਂ ਗਲਤੀਆਂ ਆ, ਉਹਨਾਂ ਗਲਤੀਆਂ ਨੂੰ ਲੁਕਾਉਣ ਦੇ ਲਈ ਉਹ ਬਲੀ ਦਾ ਬੱਕਰਾ ਸਾਨੂੰ ਬਣਾ ਰਹੇ ਆ। ਬੇਸਿਕਲੀ ਇਹਨਾਂ ਨੇ ਅੱਜ ਤੋਂ 1993 ਦੇ ਵਿੱਚ ਇੱਕ ਸ਼ੋਧ ਕੀਤੀ ਸੀਗੀ ਵੀ ਜਿਹੜੀ ਜਨਰਲ ਕੈਟਾਗਰੀ ਦੀ ਜਿਹੜੀ ਏਜ ਲਿਮਿਟ ਹੈ ਨੌਕਰੀ ਲੈਣ ਦੀ ਉਹਨੂੰ 37 ਤੋਂ ਵਧਾ ਕੇ 42 ਕੀਤਾ ਜਾਂਦਾ ਆ। ਠੀਕ ਹੈ। ਬਟ ਉਹ ਸ਼ੋਧ ਕਰਨ ਤੋਂ ਬਾਅਦ ਵੀ ਸਰਕਾਰ ਨੇ ਕੋਈ ਵੀ ਰਿਕਰੂਟਮੈਂਟ ਜਿਹੜੀ ਹੈ ਉਸ ਏਜ ਲਿਮਿਟ ਦੇ ਹਿਸਾਬ ਨਾਲ ਨਹੀਂ ਕੀਤੀ। ਠੀਕ ਹੈ। ਬਟ ਵਿਭਾਗ ਨੇ ਨਾ ਆਪਣੇ ਜਿਹੜੇ ਸਾਡਾ ਐਲੀਮੈਂਟਰੀ ਵਿਭਾਗ ਆ ਉਹਨਾਂ ਦੇ ਸਰਵਿਸ ਰੂਲਾਂ ਦੇ ਵਿੱਚ ਜਿਹੜੀ ਏਜ ਹੈ ਜਨਰਲ ਕੈਟਾਗਰੀ ਦੀ ਉਹ 37 ਤੋਂ 42 ਲਿਖੀ ਰਹਿਣ ਦਿੱਤੀ ਸੀਗੀ।
ਉਹਦਾ ਹੀ ਬੇਸ ਬਣਾ ਕੇ ਉਹ ਸਾਥੀ ਕੋਰਟ ਦੇ ਵਿੱਚ ਚਲੇ ਗਏ, ਉਹ ਉੱਥੇ ਅਲੋ ਹੋ ਗਏ। ਇਹਨਾਂ ਨੇ ਉਸ ਕੇਸ ਦੇ ਵਿੱਚ ਨਾ ਤੇ ਸਾਨੂੰ ਕੋਈ ਇਹਨਾਂ ਨੇ ਨੋਟਿਸ ਕੱਢਿਆ ਵੀ ਤੁਹਾਡੇ ਖਿਲਾਫ ਇਸ ਤਰ੍ਹਾਂ ਦਾ ਕੋਈ ਕੇਸ ਚੱਲਦਾ ਪਿਆ ਵੀ ਤਾਂ ਕਿ ਅਸੀਂ ਡਿਫੈਂਡ ਕਰ ਸਕੀਏ। ਅਸੀਂ ਉਸ ਕੇਸ 'ਚ ਨਾ ਪਾਰਟੀ ਸੀਗੇ, ਨਾ ਵਿਭਾਗ ਨੇ ਜੱਜ ਸਾਹਿਬ ਨੂੰ ਇਹ ਦੱਸਿਆ ਉੱਥੇ ਜਾ ਕੇ ਵੀ ਅਗਰ ਅਸੀਂ ਇਹਨਾਂ ਨੂੰ ਰੱਖਦੇ ਆ ਤਾਂ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਜਿਹੜੇ 2 ਸਾਲ ਤੋਂ ਪਹਿਲਾਂ ਨੌਕਰੀ ਕਰਦੇ ਪਏ, ਕੋਈ ਨਾ ਕੋਈ ਪ੍ਰੋਬਲਮ ਆਏਗੀ। ਦੂਸਰਾ, ਜੱਜ ਸਾਹਿਬ ਨੇ ਉਹਨਾਂ ਨੂੰ ਨੌਕਰੀ ਦੇਣ ਲਈ ਨਹੀਂ ਕਿਹਾ। ਜੱਜ ਸਾਹਿਬ ਦੇ ਜਿਹੜੇ ਆਰਡਰ ਪਾਸ ਹੋਏ ਉਹਨਾਂ ਨੇ ਇਹ ਕਿਹਾ ਵੀ ਠੀਕ ਹੈ, ਜਨਰਲ ਕੈਟਾਗਰੀ ਦੀ ਏਜ ਜਿਹੜੀ ਉਹ 42 ਸਾਲ ਬਣਦੀ ਹੈ। ਠੀਕ ਹੈ, ਇਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਨੇ। ਇਸ ਗਲਤੀ ਨੂੰ ਹੋਰ ਮੈਂ ਕਲੈਰੀਫਾਈ ਕਰ ਦਿੰਦਾ। ਉਹ ਸਾਥੀਆਂ ਨੂੰ ਜਿਹੜੇ ਓਵਰ ਏਜ ਹੋ ਚੁੱਕੇ ਸੀਗੇ, ਉਹਨਾਂ ਨੂੰ ਜਦੋਂ ਇਹਨਾਂ ਨੇ ਵਿਭਾਗ ਦੇ ਵਿੱਚ ਲੈ ਲਿਆ, ਉਸ ਤੋਂ ਬਾਅਦ ਇਹਨਾਂ ਨੇ ਹੁਣ ਤੱਕ 2 ਰਿਕਰੂਟਮੈਂਟਾਂ ਹੋਰ ਇਹਨਾਂ ਨੇ ਇਸ਼ਤਿਹਾਰ ਦਿੱਤੇ ਆ ਸਾਡੀ ਹੀ ਮਤਲਬ ਪੋਸਟ ਦੀ, ਸੇਮ ਡਿਪਾਰਟਮੈਂਟ, ਈਚ ਐਂਡ ਐਵਰੀਥਿੰਗ ਸੇਮ। ਉਹਦੇ ਵਿੱਚ ਦੁਬਾਰਾ ਤੋਂ ਜਨਰਲ ਕੈਟਾਗਰੀ ਦੀ ਜਿਹੜੀ ਏਜ ਹੈ ਉਹ 37 ਸਾਲ ਹੀ ਹੈ। ਅੱਛਾ, ਇਟ ਮੀਨਸ ਵੀ ਇੱਥੇ ਕਲੀਅਰ ਹੁੰਦਾ ਵੀ ਉਹ ਵਿਭਾਗੀ ਗਲਤੀ ਸੀਗੀ ਜੀ, ਸਾਡਾ ਕੋਈ ਕਸੂਰ ਨਹੀਂ ਹੈ ਜੀ। ਔਰ ਸੁਪਰੀਮ ਕੋਰਟ ਦੀ ਵੀ ਗਾਈਡਲਾਈਨ ਹੈ, ਜਦੋਂ ਕੋਈ ਇੰਪਲੋਈ ਐਡਵਰਟਾਈਜ਼ਮੈਂਟ ਦੇ ਮੁਤਾਬਿਕ ਹਰ ਇੱਕ ਰੂਲ ਨੂੰ ਫੋਲੋ ਕਰਦਿਆਂ ਹੋਇਆ ਰਿਕਰੂਟ ਹੋ ਜਾਂਦਾ ਆ ਤੇ ਉਹਨੂੰ ਨੌਕਰੀ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਬਟ ਇਹ ਸਾਡਾ ਇਹਨਾਂ ਨੇ ਧੱਕਾ ਕੀਤਾ, ਜਿਸ ਵਜੋਂ ਜਦੋਂ ਸਾਨੂੰ ਨੋਟਿਸ ਆਏ ਆ ਉਸ ਤੋਂ ਬਾਅਦ ਆਪਾਂ ਸਟੇ ਲਿਆ ਆ, ਅਸੀਂ ਕੋਰਟ 'ਚ ਗਏ, ਅਸੀਂ ਸਟੇ ਲਿਆ ਆ। ਜੱਜ ਸਾਹਿਬ ਉਸ ਟਾਈਮ ਤੇ ਫਸਟ ਜੱਜ ਸਾਹਿਬ ਸੀਗੇ ਉਸ ਟਾਈਮ ਤੇ ਜਸਵੰਤ ਸਿੰਘ ਜੀ ਸੀਗੇ। ਉਹਨਾਂ ਨੇ ਫਸਟ ਹੀਅਰਿੰਗ ਦੇ ਉੱਤੇ ਇਹਨਾਂ ਨੂੰ ਕਿਹਾ ਵੀ ਖਾਲੀ ਪੋਸਟਾਂ ਦੀ ਗਿਣਤੀ ਲੈ ਕੇ ਆਓ, ਵੀ ਇਹਨਾਂ ਬੱਚਿਆਂ ਦੀ ਕੋਈ ਗਲਤੀ ਨਹੀਂ ਹੈਗੀ ਤੇ ਇਹਨਾਂ ਨੂੰ ਐਡਜਸਟ ਕੀਤਾ ਜਾਣਾ ਬੰਦਾ, ਤੁਸੀਂ ਖਾਲੀ ਪੋਸਟਾਂ ਦੀ ਗਿਣਤੀ ਲੈ ਕੇ ਆਓ। ਇਹ ਪ੍ਰੋਬਲਮ ਕਿਹੜੇ ਸਾਲ ਜਾਣੀ ਸ਼ੁਰੂ ਹੋਈ? ਵੀ 2018 ਚ ਪ੍ਰੋਬਲਮ 2018 ਚ ਜੀ। ਠੀਕ ਹੈ, 2018 ਦੇ ਵਿੱਚ ਇਹ ਸਮੱਸਿਆ ਆਈ ਜੀ। ਉਸ ਤੋਂ ਬਾਅਦ ਵਿਭਾਗ ਨੇ ਇੱਕ ਟਾਲ ਮਟੋਲ ਦੀ ਜਿਹੜੀਆਂ ਨੀਤੀ ਬਣਾ ਲਈ। ਕਦੀ ਕਹਿਣਾ ਵੀ ਪੋਸਟਾਂ ਖਾਲੀ ਨਹੀਂ ਹੈਗੀਆਂ, ਕਦੀ ਕਹਿਣਾ ਵੀ ਜੀ ਜਿਹੜੀ ਖਾਲੀ ਪੋਸਟਾਂ ਦੀ ਤੁਸੀਂ ਗਿਣਤੀ ਦੱਸੇ ਕਰਦੇ ਹੋ ਜੀ। ਕੋਰਟ ਨੇ ਕਿਹਾ ਵੀ ਖਾਲੀਆਂ ਜਿੰਨੀਆਂ ਪੋਸਟਾਂ ਨੇ ਉਹਦੀ ਡਿਟੇਲਸ ਦਿਓ, ਬਟ ਡਿਪਾਰਟਮੈਂਟ ਨੇ ਪ੍ਰੋਵਾਈਡ ਨਹੀਂ ਕੀਤੀ। ਠੀਕ ਹੈ, ਬਟ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਕੋਵਿਡ ਆ ਗਿਆ, ਤੁਹਾਨੂੰ ਪਤਾ ਆ ਜੀ। ਕੋਵਿਡ ਦੇ ਵਿੱਚ ਸਾਡੀਆਂ ਸੁਣਵਾਈਆਂ ਹੋਣੀਆਂ ਬੰਦ ਹੋ ਗਈਆਂ, ਕੋਰਟ ਬੰਦ ਹੋ ਗਈਆਂ। ਲਗਭਗ ਜੇ ਅਸੀਂ ਕਹਿ ਲਈਏ ਵੀ 2018 ਤੋਂ ਲੈ ਕੇ ਤੇ ਹੁਣ ਤੱਕ ਸਾਡੀਆਂ ਵੱਧ ਤੋਂ ਵੱਧ 4 ਜਾਂ 5 ਹੀ ਸੁਣਵਾਈਆਂ ਕੋਰਟ 'ਚ ਹੋਈਆਂ ਨੇ। ਠੀਕ ਹੈ, ਪਰ ਐਟ ਦਾ ਲਾਸਟ ਕੀ ਹੋਇਆ ਵੀ ਡਿਪਾਰਟਮੈਂਟ ਜਦੋਂ ਕੋਰਟ ਦੇ ਵਿੱਚ ਕਹਿੰਦਾ ਸੀ ਵੀ ਮੇਰੇ ਕੋਲ ਪੋਸਟਾਂ ਖਾਲੀ ਨਹੀਂ ਹੈਗੀਆਂ, ਗੋਲ-ਮੋਲ ਗੱਲਾਂ ਕਰਦੇ ਸੀਗੇ। ਬਿਟਵੀਨ ਇਹਨਾਂ ਨੇ ਨਾ ਇੱਕ ਨਵਾਂ ਇਸ਼ਤਿਹਾਰ ਦੇ ਦਿੱਤਾ 2364 ਪੋਸਟਾਂ ਦਾ। ਇੱਕ ਹੋਰ ਨਵਾਂ ਇਸ਼ਤਿਹਾਰ ਦੇ ਦਿੱਤਾ। ਇੱਕ ਪਾਸੇ ਕਹਿ ਰਹੇ ਨੇ ਵੀ ਸਾਡੇ ਕੋਲ ਫालतू ਭਰਤੀ ਹੋ ਗਏ ਨੇ, ਵਾਧੂ ਭਰਤੀ ਹੋ ਗਏ ਨੇ। ਇੱਕ ਪਾਸੇ ਕਹਿ ਰਹੇ ਵੀ ਵਾਧੂ ਭਰਤੀ ਹੋ ਗਏ ਨੇ, ਦੂਜੇ ਪਾਸੇ ਕਹਿ ਰਹੇ ਆ ਵੀ ਸਾਡੇ ਕੋਲ ਹੁਣ ਪੋਸਟ ਵੀ ਕੋਈ ਖਾਲੀ ਨਹੀਂ ਹੈਗੀ ਵਿਭਾਗ ਦੇ ਵਿੱਚ ਜਿੱਥੇ ਇਹਨਾਂ ਨੂੰ ਐਡਜਸਟ ਕਰ ਸਕੀਏ। ਠੀਕ ਹੈ, ਤੇ ਨਾਲ ਦੀ ਨਾਲ ਹੀ ਨਵਾਂ ਇਸ਼ਤਿਹਾਰ ਕੱਢੇ ਕਰਦੇ ਆ ਸਾਡੀ ਹੀ ਪੋਸਟਾਂ ਦਾ। ਅੱਛਾ, ਉਹ ਪੋਸਟਾਂ ਦਾ ਇਸ਼ਤਿਹਾਰ ਜਿਹੜਾ ਅਸੀਂ ਕੋਰਟ 'ਚ ਲੈ ਗਏ ਆ, ਕੋਰਟ 'ਚ ਗਏ ਆ, ਜੱਜ ਸਾਹਿਬ ਨੂੰ ਦੱਸਿਆ ਵੀ ਸਰ ਇੱਕ ਪਾਸੇ ਦਾ ਕਹਿੰਦੇ ਵੀ ਸਾਡੇ ਕੋਲ ਪੋਸਟ ਖਾਲੀ ਕੋਈ ਨਹੀਂ ਪਈਦੀ, ਵਿਭਾਗ 'ਚ ਨਹੀਂ ਹੈਗੀ, ਇਸ ਭਰਤੀ 'ਚ ਨਹੀਂ, ਵਿਭਾਗ 'ਚ ਹੀ ਨਹੀਂ ਹੈ, ਵਿਭਾਗ 'ਚ ਹੀ ਨਹੀਂ ਹੈ। ਇਹ 2300 ਜਿਹੜੀਆਂ 64 ਪੋਸਟਾਂ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ, ਇਹ ਪੋਸਟਾਂ ਕਿੱਥੋਂ ਆ ਗਈਆਂ? ਫਿਰ ਜੱਜ ਸਾਹਿਬ ਨੇ ਉਸ ਦਿਨ ਆਰਡਰ ਪਾਸ ਕੀਤਾ ਵੀ ਜਿਹੜੇ ਆ ਵੀ ਇਹ ਜਿਹੜੇ ਕੈਂਡੀਡੇਟ ਹੈਗੇ ਆ ਲਗਭਗ 180 ਦੇ, ਇਹਨਾਂ ਨੂੰ ਪਹਿਲ ਦੇ ਆਧਾਰ ਤੇ ਐਡਜਸਟ ਕਰੋ, ਬਾਕੀ ਰਿਕਰੂਟਮੈਂਟ ਬਾਅਦ 'ਚ ਕਰੋ। ਉਸ ਤੋਂ ਬਾਅਦ ਡਿਪਾਰਟਮੈਂਟ ਦਾ ਰਿਪਲਾਈ ਜਿਹੜਾ ਹੁੰਦਾ ਆ, ਜਿਹੜਾ ਰਿਪਲਾਈ ਇਹਨਾਂ ਨੇ ਡਿਪਾਰਟਮੈਂਟ ਨੇ ਦਿੱਤਾ, ਜਿੱਥੇ ਇਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ, ਸਾਡੇ ਨਾਲ ਵੀ ਧੱਕਾ ਕੀਤਾ, ਸਾਡੇ ਸੰਵਿਧਾਨ ਦੇ ਅਗੇਂਸਟ ਗਏ ਆ, ਕਾਨੂੰਨਾਂ ਨੂੰ ਇਹਨਾਂ ਨੇ ਤੋੜਿਆ ਆ, ਮਰੋੜਿਆ ਆ, ਸਾਡੇ ਨਾਲ ਧੱਕਾ ਕੀਤਾ ਆ। ਇਹ ਉੱਥੇ ਇਹਨਾਂ ਨੇ ਐਫੀਡੇਵਿਟ ਦਾਇਰ ਕੀਤਾ ਕੋਰਟ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਐਡਜਸਟ ਤੇ ਕਰ ਲਾਂਗੇ ਪਰ ਕੁਝ ਸ਼ਰਤਾਂ ਦੇ ਤਹਿਤ ਕਰਾਂਗੇ, ਜਿਹਦੇ ਵਿੱਚ ਸਭ ਤੋਂ ਵੱਡੀ ਸ਼ਰਤ ਜਿਹਦੇ ਵਿੱਚ ਇਹਨਾਂ ਨੇ ਧੱਚੀਆਂ ਉਡਾ ਦਿੱਤੀਆਂ ਕਾਨੂੰਨ ਦੀਆਂ, ਜਿੱਥੇ ਕਹਿੰਦੇ ਵੀ ਇਹਨਾਂ ਦੀ ਜਿਹੜੀ 5 ਸਾਲ ਦੀ ਸਰਵਿਸ ਹੈ, ਇਹ ਜਿਸ ਦਿਨ ਜਿਹੜੀ ਕੋਰਟ ਦੀ ਹੀਅਰਿੰਗ ਹੈ ਉਦੋਂ ਤੱਕ ਸਾਡੀ ਜਿਹੜੀ ਸਰਵਿਸ ਹੈ 5 ਸਾਲ ਦੀ ਹੋ ਚੁੱਕੀ ਸੀ। 2020 ਦੀ ਗੱਲ ਕਰ ਰਹੇ ਹਾਂ, ਮਤਲਬ ਕਿ ਜਦ ਤੱਕ ਤੁਸੀਂ ਸਟਾਰਟ ਕੀਤਾ ਤਦ ਤੱਕ 2020 ਤੱਕ ਤੁਸੀਂ 5 ਇਅਰਸ ਕੰਪਲੀਟ ਕਰ ਚੁੱਕੇ ਸੀਗੇ ਜੀ, ਕਰ ਚੁੱਕੇ ਸੀਗੇ। ਤੁਸੀਂ ਕੰਟਰੈਕਚੁਅਲ ਭਰਤੀ ਹੋਏ ਸੀਗੇ ਜੀ? ਅਸੀਂ ਨਹੀਂ ਵੀਰ ਜੀ, ਅਸੀਂ ਪਰਮਾਨੈਂਟ ਭਰਤੀ ਹੋਏ ਆ ਔਰ ਸਾਡਾ ਪ੍ਰੋਬੇਸ਼ਨ ਵੀ ਕਲੀਅਰ ਹੋ ਚੁੱਕੇ ਦਾ, ਅਸੀਂ ਕਨਫਰਮਡ ਵੀ ਹੋ ਚੁੱਕੇ ਦੇ ਸੀਗੇ। ਠੀਕ ਹੈ, ਇੱਥੇ ਵੀ ਇਹਨਾਂ ਨੇ ਇੱਕ ਰੂਲ ਤੋੜਿਆ ਵੀ ਜਦੋਂ ਇੱਕ ਜਿਹੜਾ ਮੁਲਾਜ਼ਮ ਹੈ ਉਹ ਕਨਫਰਮਡ ਹੋ ਜਾਂਦਾ, ਉਹਦਾ ਪ੍ਰੋਬੇਸ਼ਨ ਕਲੀਅਰ ਹੋ ਜਾਂਦਾ, ਉਹਨੂੰ ਕਿਸੇ ਤਰ੍ਹਾਂ ਨਾਲ ਵੀ ਹਿਲਾਇਆ ਨਹੀਂ ਜਾ ਸਕਦਾ। ਠੀਕ ਹੈ, ਪਰ ਇੱਥੇ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ। ਠੀਕ ਹੈ, ਹੁਣ ਆਨੇ ਆ ਵੀ ਜਿਹੜੀਆਂ ਸ਼ਰਤਾਂ ਲੈ ਕੇ ਆਏ, ਸ਼ਰਤਾਂ ਦੇ ਵਿੱਚ ਇਹਨਾਂ ਨੇ ਪਹਿਲੀ ਸ਼ਰਤ ਰੱਖੀ ਵੀ ਇਹਨਾਂ ਦੀ ਜਿਹੜੀ 5 ਸਾਲ ਦੀ ਪੁਰਾਣੀ ਸਰਵਿਸ ਆ ਉਹਨੂੰ ਖਤਮ ਕੀਤਾ ਜਾਏਗਾ, ਇਹਨਾਂ ਨੂੰ ਫਰੈਸ਼ ਜਿਹੜੇ ਆ ਜੁਆਇਨਿੰਗ ਲੈਟਰ ਦਿੱਤੇ ਜਾਣਗੇ, ਜਿਹੜਾ ਕਿ ਕਾਨੂੰਨ ਅਲਾਉ ਨਹੀਂ ਕਰਦਾ। ਠੀਕ ਹੈ, ਦੂਸਰੀ ਇਹਨਾਂ ਨੇ ਸ਼ਰਤ ਇਹ ਰੱਖੀ ਵੀ ਇਹਨਾਂ ਨੂੰ ਜਿਹੜੀ ਨਵੀਂ ਜੁਆਇਨਿੰਗ ਲੈਟਰ ਦਿੱਤੇ ਜਾਣਗੇ, ਉਹ ਨਵੇਂ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਕੇਂਦਰੀ ਪੇ ਸਕੇਲ ਦੇ ਹਿਸਾਬ ਦੇ ਨਾਲ। ਠੀਕ ਹੈ, ਜਿਹੜਾ ਉਹ ਵੀ ਗੈਰ ਕਾਨੂੰਨੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਮੈਂ ਨਾਲ ਕਾਗਜ਼ ਲੈ ਕੇ ਆਇਆ ਆ ਜੀ। ਇਹ ਜਿਹੜਾ ਕੇਂਦਰੀ ਪੇ ਸਕੇਲ ਇਸ ਪੰਜਾਬ ਸਰਕਾਰ ਨੇ ਉਸ ਟਾਈਮ ਜਿਹੜਾ ਅਡਾਪਟ ਕੀਤਾ, ਇਸ ਕਾਨੂੰਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਸੈਂਟਰ ਪੇ ਸਕੇਲ ਜੀ, ਵੀ ਇਹ ਜਿਹੜਾ ਸੈਂਟਰ ਪੇ ਸਕੇਲ ਹੈ 17/7/2020 ਤੋਂ ਬਾਅਦ ਭਵਿੱਖ ਵਿੱਚ ਜਿਹੜੀ ਨਵੀਂ ਰਿਕਰੂਟਮੈਂਟ ਅਸੀਂ ਕਰਾਂਗੇ ਉਹਦੇ ਉੱਤੇ ਲਾਗੂ ਹੋਏਗਾ। ਅਸੀਂ ਤਾਂ ਭਰਤੀ 2000 ਇਹ ਕਦੋਂ ਜਾਰੀ ਕੀਤਾ ਗਿਆ ਇਹ ਸਰਕੂਲੇਟਰ? ਇਹ ਸਰ 21 ਅਕਤੂਬਰ ਦੀ ਜਿਹੜੀ ਲੈਟਰ ਹੈ ਜੀ, ਇਹ ਵਾਲੀ 21 ਅਕਤੂਬਰ ਹਾਂਜੀ 2020 ਦੀ ਜੀ। ਠੀਕ ਹੈ, ਇਹਦੇ ਵਿੱਚ ਸਪਸ਼ਟ ਲਿਖਿਆ ਪਿਆ ਆ ਵੀ ਇਹ ਫਿਊਚਰ ਦੀਆਂ ਨਵੀਆਂ ਭਰਤੀਆਂ ਤੇ ਲਾਗੂ ਹੋਏਗਾ। ਅਸੀਂ 2016 ਦੇ ਭਰਤੀ ਹੋਏ ਦੇ ਹਾਂ। ਠੀਕ ਹੈ, ਮਤਲਬ ਕਿ 2020 ਤੋਂ
ਜਦੋਂ ਸਰਕੂਲੇਟਰ ਜਾਰੀ ਹੋਇਆ ਵੀ 2020 ਤੋਂ ਉਸ ਤੋਂ ਬਾਅਦ ਜਿਹੜੀ ਭਰਤੀ ਹੋਏਗੀ ਬਿਲਕੁਲ ਜੀ, ਉਹ ਤੇ ਸਰਵਿਸ ਰੂਲ ਸੈਂਟਰਲ ਐਕਟ ਦੇ ਅਕੋਰਡਿੰਗ ਅਪਲਾਈ ਹੋਏਗਾ ਜੀ। ਠੀਕ ਹੈ, ਇੱਥੇ ਵੀ ਇਹ ਸਾਡੇ ਨਾਲ ਬਹੁਤ ਵੱਡਾ ਇਹ ਧੱਕਾ ਕਰ ਗਿਆ ਜੀ। ਠੀਕ ਹੈ। ਕੀ ਫਰਕ ਕੀ ਹੈ ਜੀ ਸੈਂਟਰਲ ਸਰਵਿਸ ਸੈਕਟਰ ਰੂਲ ਐਂਡ ਸਟੇਟ ਸਰਵਿਸ ਸੈਕਟਰ ਰੂਲ ਦਾ ਫਰਕ ਕੀ ਹੈ ਜੀ, ਡਿਫਰੈਂਸ ਕੀ ਹੈ ਜੀ? ਦੇਖੋ ਜੀ, ਇਹ ਬਹੁਤ ਵੱਡਾ ਡਿਫਰੈਂਸ ਹੈ ਜੀ। ਜਿਹੜੇ ਪੰਜਾਬ ਰੂਲਾਂ ਦੇ ਮੁਤਾਬਿਕ ਜਿਹੜੇ ਮੁਲਾਜ਼ਮ ਨੌਕਰੀ ਕਰਦੇ ਪਏ ਆ, ਅਸੀਂ ਆਪਣੀ ਹੀ ਭਰਤੀ ਦੀ ਗੱਲ ਕਰਨੇ ਆ ਵੀ ਅਸੀਂ 4500 ਅਧਿਆਪਕ ਇਕੱਠੇ ਭਰਤੀ ਹੋਏ ਸੀਗੇ। ਸਾਡੇ ਨਾਲ ਦੇ ਸਾਥੀ ਉਸ ਸਮੇਂ ਵਿੱਚ ਫੋਰ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਲਗਾਉਂਦੇ ਆ ਵੀ ਉਹਨਾਂ ਦੀ ਜਿਹੜੀ ਸੈਲਰੀ ਸੀਗੀ ਫੋਰ ਐਗਜ਼ਾਮਪਲ 40,000 ਰੁਪਇਆ ਉਹ ਲੈਂਦੇ ਪਏ ਸੀਗੇ। ਸਾਨੂੰ ਸੈਂਟਰ ਪੇ ਸਕੇਲ 'ਚ ਜਦੋਂ ਇਹ ਲੈ ਕੇ ਆਏ ਆ ਤੇ ਸਾਡੇ ਉੱਤੇ ਉਹਦੀ ਸੈਲਰੀ ਇਹਨਾਂ ਨੇ 25,000 ਕਰ ਦਿੱਤੀ। ਔਰ ਇਸ ਦੇ ਨਾਲ ਇੱਕ ਹੋਰ ਬੜਾ ਵੱਡਾ ਇਹਨਾਂ ਨੇ ਧੱਕਾ ਸਾਡੇ ਤੇ ਕੀਤਾ ਵੀ ਇੱਕ ਤਾਂ ਸਾਡੀ ਇਹਨਾਂ ਨੇ ਤਨਖਾਹ ਘਟਾ ਦਿੱਤੀ, ਜਿਹਦਾ ਇੱਕ ਬੜਾ ਵੱਡਾ ਖਮਿਆਜਾ ਇੱਕ ਪਰਿਵਾਰ ਭੁਗਤਣ ਲੱਗਾ ਸੀਗਾ, ਪਰ ਉਸ ਪਰਮਾਤਮਾ ਨੇ ਸਾਡੇ ਸਿਰਾਂ ਦੇ ਉੱਤੇ ਹੱਥ ਰੱਖਿਆ। ਸਾਡਾ ਸਾਥੀ ਸੋਹਣ ਸਿੰਘ, ਇਹਨਾਂ ਨੇ ਆਪਣੀ ਪੁਰਾਣੀ ਤਨਖਾਹ ਨੂੰ ਦੇਖਦਿਆਂ ਹੋਇਆ ਆਪਣਾ ਨਵਾਂ ਘਰ ਬਣਾ ਲਿਆ, ਬੈਂਕ ਤੋਂ ਕਿਸ਼ਤਾਂ ਦੇ ਉੱਤੇ ਲੋਨ ਲੈ ਲਿਆ ਜੀ। ਠੀਕ ਹੈ, ਹੁਣ ਅੱਜ ਦੀ ਇਹ ਸਥਿਤੀ ਬਣ ਗਈ ਆ ਵੀ ਇਹਦੀ ਬੈਂਕ ਦੀ ਕਿਸ਼ਤ ਜਿਹੜੀ ਆ ਉਹ ਵੱਧਦਾ ਔਰ ਇਹਦੀ ਤਨਖਾਹ ਘੱਟ। ਜਿਸ ਤੋਂ ਇਹ ਸਾਥੀ ਪਰੇਸ਼ਾਨ ਹੋ ਕੇ ਜੀ ਚੰਡੀਗੜ੍ਹ ਪੰਜਾਬ ਦੇ MLA ਹੋਸਟਲ ਟਾਵਰ ਦੇ ਉੱਤੇ ਪੂਰਾ 1 ਮਹੀਨਾ ਬੈਠਾ ਰਿਹਾ ਜੀ, ਆਪਣੀ ਜਾਨ ਦੀ ਬਾਜੀ ਲਗਾ ਕੇ, ਔਰ ਇੱਕੋ ਹੀ ਚੀਜ਼ ਉੱਥੇ ਰੋਂਦਾ ਰਿਹਾ ਵੀ ਮੇਰੇ ਨਾਲ ਗੈਰ ਕਾਨੂੰਨੀ ਧੱਕਾ ਹੋਇਆ ਹੈ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸਰਦਾਰ ਸੋਹਣ ਸਿੰਘ ਜੀ ਹੁਣੀ ਸਾਡੇ ਨਾਲ ਮੌਜੂਦ ਨੇ, ਜੋ ਲਗਭਗ 26 ਨਵੰਬਰ ਤੋਂ ਲੈ ਕੇ 27 ਦਸੰਬਰ ਤੱਕ MLA ਹੋਸਟਲ ਦੇ ਬਾਹਰ ਟਾਵਰ ਦੇ ਉੱਤੇ ਰਹੇ ਨੇ। ਇਹ ਦੱਸ ਰਹੇ ਸੀ ਕਿ 1 ਮਹੀਨੇ ਦੇ ਵਿੱਚ ਸਿਰਫ 1 ਦਿਨ ਰੋਟੀ ਖਾਧੀ ਇਹਨਾਂ ਨੇ ਉੱਤੇ, 1 ਮਹੀਨਾ ਲਗਭਗ ਟਾਵਰ ਦੇ ਉੱਪਰ ਰਹੇ ਨੇ ਅਤੇ ਜਗ੍ਹਾ ਬਹੁਤ ਥੋੜ੍ਹੀ ਸੀ ਜਿੱਥੇ ਸੌਂਦੇ ਰਹੇ ਨੇ। ਸੌਣ ਦੇ ਲਈ ਇਹਨਾਂ ਨੂੰ ਆਪਣਾ ਸਾਰਾ ਸਰੀਰ ਇਕੱਠਾ ਕਰਕੇ ਸੌਣਾ ਪੈਂਦਾ ਸੀ ਕਿਉਂਕਿ ਜਗ੍ਹਾ ਬਹੁਤ ਥੋੜ੍ਹੀ ਸੀ। ਸਰਦਾਰ ਸੋਹਣ ਸਿੰਘ ਜੀ, ਕੀ ਤੁਸੀਂ ਵਿਭਾਗ 'ਚ ਜਾ ਕੇ ਇਸ ਚੀਜ਼ ਦੀ ਮੰਗ ਨਹੀਂ ਰੱਖੀ ਕਿ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਾਂ ਤੁਹਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਕਿ ਕਿਵੇਂ ਤੁਸੀਂ ਇਹ ਇੰਨਾ ਵੱਡਾ ਮੇਜਰ ਸਟੈਪ ਤੁਹਾਨੂੰ ਚੁੱਕਣਾ ਪੈ ਗਿਆ? ਅਸੀਂ ਲਗਾਤਾਰ ਸਿੱਖਿਆ ਵਿਭਾਗ ਦੇ ਨਾਲ ਮੀਟਿੰਗਾਂ ਦੇ ਵਿੱਚ ਚੱਲਦੇ ਰਹੇ, ਸਰਕਾਰ ਨਾਲ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਜਿੱਥੇ ਇਹਨਾਂ ਨੇ ਖੁਦ ਮੰਨਿਆ ਕਿ ਤੁਹਾਡੀ ਕੋਈ ਗਲਤੀ ਨਹੀਂ ਹੈਗੀ, ਵਿਭਾਗ ਦੀ ਗਲਤੀ ਹੈ। ਇੱਥੋਂ ਤੱਕ ਕਿ ਲਾਸਟ ਦੇ ਵਿੱਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਮੀਡੀਆ ਦੇ ਵਿੱਚ ਆ ਕੇ ਗੱਲ ਮੰਨੀ ਕਿ ਇੱਕ ਟੋਟਲੀ ਡਿਪਾਰਟਮੈਂਟ ਦੀ ਗਲਤੀ ਹੈ, ਬਟ ਉਹਦਾ ਹੱਲ ਇਹਨਾਂ ਨੇ ਜਦੋਂ ਨਹੀਂ ਕੀਤਾ, ਸਾਡੀਆਂ ਐਜੂਕੇਸ਼ਨ ਸੈਕਟਰੀ ਨਾਲ ਵੀ ਮੀਟਿੰਗਸ ਹੋਈਆਂ, ਪਰ ਜਦੋਂ ਲੱਗਿਆ ਕਿ ਕੋਈ ਹੱਲ ਨਹੀਂ, ਉੱਪਰੋਂ ਕੋਡ ਆਫ ਕੰਡਕਟ ਵੀ ਨੇੜੇ ਸੀਗਾ, ਤਾਂ ਇੱਦਾਂ ਲੱਗਿਆ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਵੀ ਜਿਸ ਦੇ ਵਿੱਚ ਮੇਰੀ ਜੋ ਸੈਲਰੀ ਆ ਉਹਦੇ ਨਾਲ ਮੇਰੇ ਜ਼ਿਆਦਾ ਖਰਚੇ ਵੱਧ ਚੁੱਕੇ ਨੇ, ਤਨਖਾਹ ਮੇਰੀ 45,000 ਤੋਂ 25,000 ਤੇ ਲੈ ਆਂਦੀ ਇਹਨਾਂ ਨੇ ਬਿਨਾਂ ਕਿਸੇ ਕਸੂਰ ਤੋਂ। 45,000 ਤੋਂ 25,000 ਕਰ ਦਿੱਤੀ। 45,000 ਤੋਂ 25,000 ਕਰਤੀ। ਇਹ ਕਦੋਂ ਕੀਤੀ 45,000 ਤੋਂ 25,000 ਅਤੇ ਕਿਸ ਰੂਲ ਦੇ ਅਕੋਰਡਿੰਗ ਕੀਤੀ? ਇਹ ਉਹੀ 2020 ਦੇ ਵਿੱਚ ਜੋ ਸਾਡਾ ਜਿਹੜਾ ਸਰਕੂਲੇਟਰ ਜਾਰੀ ਕੀਤਾ ਗਿਆ, ਜੋ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ, 17/7/2020 ਵਾਲਾ ਜੋ ਰੂਲ ਸੀਗਾ। ਪਰ ਉਹ ਤਾਂ ਤੁਹਾਡੀ ਭਰਤੀ ਤਾਂ 2016 ਦੀ ਸੀ, ਸਰਕੂਲੇਟਰ ਤਾਂ ਜਾਰੀ ਹੋਇਆ 2020 ਤੋਂ ਬਾਅਦ। ਬਸ ਜੀ ਇਹੀ ਧੱਕਾ ਸੀ ਸਾਡੇ ਨਾਲ ਜੀ, ਬਿਲਕੁਲ, ਜਿਹਦੀ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋਈ। ਵੀਰ ਜੀ, ਜਾਨ ਦੀਆਂ ਬਾਜੀਆਂ ਲਾਣੀਆਂ ਸੌਖੀਆਂ ਨਹੀਂ ਹੁੰਦੀਆਂ, ਛੋਟੇ ਛੋਟੇ ਬੱਚੇ ਪਿੱਛੇ ਲੱਭਦੇ ਆ, ਪਰ ਉਹ ਛੋਟੇ ਛੋਟੇ ਬੱਚਿਆਂ ਦੀ ਰੋਟੀ ਵੀ ਕਿਤੇ ਕਮਾ ਕੇ ਲੈ ਕੇ ਆਣੀ ਸੀ ਅਸੀਂ ਜੀ। ਇਹ ਬਹੁਤ ਵੱਡਾ ਸਾਡੇ ਨਾਲ ਇੱਕ ਧੱਕਾ ਕੀਤਾ ਗਿਆ। ਇਸ ਚੀਜ਼ ਵੱਲ ਕੋਰਟ ਵੱਲ ਰੁਖ ਨਹੀਂ ਕੀਤਾ ਗਿਆ ਤੁਹਾਡੇ ਵੱਲੋਂ ਵੀ ਇਸ ਚੀਜ਼ ਦੇ ਉੱਤੇ ਧੱਕਾ ਕੀਤਾ ਜਾ ਰਿਹਾ? ਕੋਰਟ ਵਾਲੇ ਪਾਸੇ ਵੀ ਅਸੀਂ ਗਏ ਆ ਜੀ, ਪਰ ਕੋਰਟ ਵਾਲੇ ਪਾਸੇ ਪੂਰੀ ਦੁਨੀਆ ਜਾਣਦੀ ਹੈ ਵੀ ਕੋਵਿਡ ਦਾ ਦੌਰ ਚੱਲਦਾ ਪਿਆ ਸੀਗਾ, ਕੋਰਟਾਂ ਟੋਟਲੀ ਬੰਦ ਸੀਗੀਆਂ, ਕੋਰਟ ਦੇ ਵਿੱਚ ਵੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਪਈ। ਮਤਲਬ ਕਿ ਤੁਹਾਨੂੰ ਇਸ ਮੁੱਦੇ ਨੂੰ ਲੈ ਕੇ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ? ਦੇਖੋ ਜੀ, ਜਿਸ ਸਮੇਂ ਸਾਡੇ ਨਾਲ ਇਹ ਧੱਕਾ ਕੀਤਾ ਜਾ ਰਿਹਾ ਸੀ, ਮੈਂ ਜਿੱਥੇ ਤੱਕ ਠੀਕ ਹੋਵਾਂ 21 ਅਕਤੂਬਰ 2020 ਨੂੰ ਜਾਰੀ ਕੀਤੀ, ਤੱਕ ਸੀਐਮ ਸਾਹਿਬ ਆਈ ਥਿੰਕ ਬਦਲ ਚੁੱਕੇ ਸੀਗੇ, ਹਨਾ? ਨਹੀਂ ਜੀ, ਸੀਐਮ ਸਾਹਿਬ ਉਦੋਂ ਕੈਪਟਨ ਸੀਗੇ ਜੀ। ਠੀਕ ਹੈ, ਉਸ ਟਾਈਮ ਤੇ ਕੈਪਟਨ ਸਾਹਿਬ ਹੀ ਸੀਗੇ। ਠੀਕ ਹੈ, ਸੀਐਮ ਸਾਹਿਬ ਬਾਅਦ ਚੋਂ ਚੰਨੀ ਜੀ ਬਦਲੇ ਨੇ। ਜਦੋਂ ਬਾਅਦ ਚ ਬਦਲੀ ਹੋਏ ਉਸ ਤੋਂ ਬਾਅਦ ਤੁਹਾਡੀ ਡਿਸਕਸ਼ਨ ਹੋਈ ਇਸ ਦੇ ਉੱਪਰ ਲੈ ਕੇ? ਉਸ ਤੋਂ ਬਾਅਦ ਵੀਰ ਜੀ ਐਜੂਕੇਸ਼ਨ ਮਿਨਿਸਟਰ ਵੀ ਚੇਂਜ ਹੋ ਗਏ ਸੀਗੇ, ਪ੍ਰਗਟ ਸਿੰਘ ਜੀ ਆਏ, ਸਰਦਾਰ ਪ੍ਰਗਟ ਸਿੰਘ ਜੀ ਆ ਗਏ ਜੀ। ਡੇ ਫਸਟ ਤੋਂ ਲੈ ਕੇ ਜੀ ਲਾਸਟ ਤੱਕ ਉਹ ਬੰਦਾ ਲਗਾਤਾਰ ਮੀਡੀਆ ਦੇ ਵਿੱਚ ਇਹੀ ਕਹਿੰਦਾ ਆਇਆ ਵੀ ਇਹ ਗੈਰ ਕਾਨੂੰਨੀ ਧੱਕਾ ਆ। ਠੀਕ ਹੈ, ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆ ਕੇ ਕਿਹਾ ਆ, ਈਵਨ ਸਾਥੀ ਸੋਹਣ ਸਿੰਘ ਨੂੰ ਜਦੋਂ ਟਾਵਰ ਤੋਂ ਥੱਲੇ ਲਾਇਆ ਖੁਦ ਲਾਣ ਗਏ ਆ, ਉਸ ਟਾਈਮ ਤੇ ਵੀ ਪੰਜਾਬ ਭਰ ਦੀ ਸਾਰੀ ਮੀਡੀਆ ਸੀ, ਉਹਨਾਂ ਦਾ ਕਹਿਣਾ ਆ ਵੀ ਇਹ ਗਲਤ ਹੈ, ਗੈਰ ਕਾਨੂੰਨੀ ਧੱਕਾ ਹੈ। ਕੀ ਕੁਝ ਆਸ਼ਵਾਸਨ ਦਿੱਤਾ ਗਿਆ ਸੀ ਜਦੋਂ ਉਸ ਤੋਂ ਬਾਅਦ ਤੁਸੀਂ? ਨਹੀਂ ਜੀ, ਬਿਲਕੁਲ। ਇਹਨਾਂ ਨੇ ਜਦੋਂ ਮੈਨੂੰ ਨੀਚੇ ਲਾਇਆ ਸੀਗਾ ਤਾਂ ਇਹਨਾਂ ਨੇ ਦੱਸਿਆ ਸੀ ਵੀ ਅਸੀਂ ਤੁਹਾਡੀ ਫਾਈਲ ਆ ਜਿਹੜੀ ਬਣਾ ਕੇ ਦਿੱਤੀ ਆ, ਈਵਨ ਕਿ ਤੁਹਾਨੂੰ ਆਫ ਦਾ ਰਿਕਾਰਡ ਇਹਨਾਂ ਨੇ ਸਾਨੂੰ ਦਿਖਾਇਆ ਵੀ ਅਸੀਂ ਮੰਨਦੇ ਹਾਂ ਵੀ ਤੁਹਾਡੇ ਨਾਲ ਧੱਕਾ ਹੋਇਆ, ਸਾਨੂੰ ਸਾਡੀਆਂ ਫਾਈਲਸ ਦਿਖਾਈਆਂ ਵੀ ਇੱਥੇ ਤੁਸੀਂ ਬਿਲਕੁਲ ਸਹੀ ਹੋ, ਇੱਦਾਂ ਕਰਕੇ ਤੁਹਾਡੀ ਹੀ ਭਰਤੀ ਦੇ ਵਿੱਚ ਪੋਸਟਾਂ ਪਈਆਂ ਨੇ। ਅਸੀਂ ਆਪਣੀ ਅੱਖੀ ਦੇਖਿਆ, ਸਾਡੇ ਪ੍ਰਧਾਨ ਸਾਹਿਬ ਨੇ ਦੇਖਿਆ ਵੀ ਪਈਆਂ ਨੇ ਸਾਡੀਆਂ ਪੋਸਟਾਂ,
ਵੀ ਫਿਰ ਉਸੇ ਪੋਸਟਾਂ ਦੇ ਵੀ ਇਹਨਾਂ ਨੇ ਆਸ਼ਵਾਸਨ ਦੇ ਕੇ ਵੀ ਜਿਹੜੀਆਂ ਤੁਹਾਡੀ ਭਰਤੀ ਦੇ ਵਿੱਚ ਪੋਸਟਾਂ ਪਈਆਂ ਨੇ ਉਹੀ ਰੂਲਸ ਜੋ ਤੁਹਾਡੇ ਨਾਲ ਦੇ ਸਾਥੀਆਂ ਤੇ ਲਾਗੂ ਹੋ ਰਹੇ ਨੇ ਉਹਨਾਂ ਦੇ ਅਕੋਰਡਿੰਗ ਹੀ ਵੀ ਤੁਹਾਨੂੰ ਐਡਜਸਟ ਕੀਤਾ ਜਾਊਗਾ, ਵੀ ਤੁਸੀਂ ਇਹ ਜੋ ਜਾਨ ਦੀ ਬਾਜੀ ਜਿਹੜੀ ਲਾਈ ਹੋਈ ਆ ਵੀ ਕਿਉਂਕਿ ਮੇਰੇ ਹਾਲਾਤ ਸੀ ਜਿਹੜੇ ਉਸ ਟਾਈਮ ਉਹ ਇਹਨਾਂ ਦੇ ਵੀ ਬਿਲਕੁਲ ਸਾਹਮਣੇ ਸੀਗੇ, ਲੱਗਦਾ ਸੀ ਇਹਨਾਂ ਨੂੰ ਵੀ ਬੰਦਾ ਆਪਦੀ ਜਾਨ ਆ ਜਿਹੜੀ ਉਹ ਗਵਾਚ ਸਕਦਾ ਹੈ। ਸੋ ਇਹਨਾਂ ਨੇ ਉਸ ਆਸ਼ਵਾਸਨ ਦੇ ਕੇ ਮੈਨੂੰ ਉੱਥੋਂ ਉਤਾਰਿਆ ਸੀਗਾ। ਤੁਹਾਡਾ ਸਰਵਿਸ ਰੂਲ ਕੀ ਕਹਿੰਦਾ ਕਿ ਕੀ ਇਸ ਚੀਜ਼ ਤੁਹਾਡੇ ਤੇ ਰੂਲ ਅਪਲਾਈ ਹੁੰਦਾ ਹੈ ਕਿ ਨਹੀਂ ਹੁੰਦਾ? ਤੁਹਾਡਾ ਸਰਵਿਸ ਰੂਲ ਕੀ ਹੈ ਤੇ ਕੀ ਕਹਿੰਦਾ? ਵੀਰ ਜੀ ਸਰ, ਇਹ ਜਿਹੜਾ ਹੈਗਾ ਨਾ ਸਰਵਿਸ ਰੂਲਾਂ ਦੀ ਗੱਲ ਕਰੀਏ, ਇਹਨਾਂ ਨੇ ਰੂਲਾਂ ਦੀਆਂ ਧੱਚੀਆਂ ਹੀ ਉਡਾ ਦਿੱਤੀਆਂ ਜੀ। ਅਸੀਂ ਇਹਨਾਂ ਕੋਲ ਜਿੰਨੀ ਵਾਰੀ ਵੀ ਇਹਨਾਂ ਕੋਲ ਮਿਲੇ ਆ, ਸਾਡੇ 2 ਸਵਾਲ ਹੁੰਦੇ ਸੀਗੇ ਕਿ ਸਾਨੂੰ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਜਵਾਬ ਦੇ ਦਿਓ ਤੇ ਅਸੀਂ ਇੱਥੋਂ ਵਾਪਸ ਚੱਲ ਜੰਨੇ ਆ। ਸਾਨੂੰ ਉਹ ਕਾਨੂੰਨ ਦੱਸ ਦਿਓ ਜਿਸ ਕਾਨੂੰਨ ਦੇ ਤਹਿਤ ਤੁਸੀਂ ਸਾਡਾ ਇਹ ਕੀਤਾ ਤੇ ਜਾਂ ਸਾਨੂੰ ਕਸੂਰ ਦੱਸ ਦਿਓ। ਦੋਨਾਂ ਦੇ ਵਿੱਚ ਇਹਦਾ ਮੂੰਹ ਬੰਦ ਹੋ ਜਾਂਦਾ ਸੀਗਾ। ਜਦੋਂ ਸਰਦਾਰ ਪ੍ਰਗਟ ਸਿੰਘ ਜੀ ਐਜੂਕੇਸ਼ਨ ਮਿਨਿਸਟਰ ਬਣੇ ਨੇ, ਉਹਨਾਂ ਨੇ ਪਬਲਿਕਲੀ ਵੀ ਕਿਹਾ ਆ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਇਹ ਰੂਲਾਂ ਦੀ ਬੜੀ ਵੱਡੀ ਉਲੰਘਣਾ ਹੋਈ ਹੈ। ਪਰ ਉਸ ਟਾਈਮ ਦੇ ਉੱਤੇ ਪੂਰਾ ਪੰਜਾਬ ਜਾਣਦਾ ਆ ਵੀ ਜਿਹੜੀ ਕਾਂਗਰਸ ਪਾਰਟੀ ਸੀ, ਮੈਂ ਇਹਨੂੰ ਪੋਲੀਟੀਕਲ ਰੰਗ ਨਹੀਂ ਦੇਣਾ ਚਾਹੁੰਦਾ ਪਰ ਮੇਰੀ ਮਜਬੂਰੀ ਹੈ ਗੱਲ ਕਰਨੀ। ਉਸ ਟਾਈਮ ਦੀ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਸੀ, ਇਹ ਆਪਸ ਵਿੱਚ ਹੀ ਹੱਥੋਂ-ਹੱਥੀ ਹੋਈ ਦੀ ਸੀਗੀ। ਇਹਨਾਂ ਦੇ ਗਰੁੱਪ ਬਣੇ ਹੋਏ ਸੀਗੇ। ਸਰਦਾਰ ਪ੍ਰਗਟ ਸਿੰਘ ਨੇ ਸਾਡੀ ਫਾਈਲ ਬਣਾ ਕੇ, ਉਹ ਫਾਈਲ ਮੈਂ ਖੁਦ ਦੇਖੀ ਆ, ਉਹਦੇ ਉੱਤੇ ਸਾਈਨ ਹੋਏ ਦੇ ਨੇ ਡਿਪਾਰਟਮੈਂਟ ਦੇ ਸਾਰੇ, ਬਣਾ ਕੇ ਫਾਈਲ ਜਿਹੜੀ ਆ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਭੇਜ ਦਿੱਤੀ ਗਈ ਵੀ ਇਹ ਗਲਤ ਹੋਇਆ, ਇਹ ਸਹੀ ਕੀਤਾ ਜਾਵੇ। ਠੀਕ ਹੈ, ਮਤਲਬ ਕਿ ਉਹਨਾਂ ਨੇ ਆਪਣੇ ਵੱਲੋਂ ਕੰਮ ਕਰਤਾ। ਸਰਦਾਰ ਸਿੱਖਿਆ ਮੰਤਰੀ ਨੇ ਆਪਣੇ ਵੱਲੋਂ ਕਰਕੇ ਫਾਈਲ ਗਾਂ ਭੇਜ ਦਿੱਤੀ ਜੀ। ਉਸ ਟਾਈਮ ਦੇ ਉੱਤੇ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਮਨਪ੍ਰੀਤ ਸਿੰਘ ਬਾਦਲ ਜੀ। ਮਨਪ੍ਰੀਤ ਸਿੰਘ ਬਾਦਲ ਫਾਈਨੈਂਸ ਮਿਨਿਸਟਰ ਸੀਗੇ ਜੀ। ਜਿਹੜੀ ਉੱਥੋਂ ਸਾਡੀ ਫਾਈਲ ਨਹੀਂ ਹਿਲਦੀ ਪਈ, ਅਸੀਂ ਉਹਨਾਂ ਨੂੰ ਮਿਲਦੇ ਹੀ, ਉਹਨਾਂ ਦੀ ਤਾਂ ਨੇਚਰ ਇਸ ਤਰ੍ਹਾਂ ਦੀ ਵੀ ਅਗਰ ਉੱਥੇ ਨਾਮ ਲੈ ਲਓ ਵੀ ਕੋਈ ਯੂਨੀਅਨ ਦਾ ਬੰਦਾ ਆਇਆ ਆ ਤਾਂ ਉਹਨਾਂ ਦੇ ਡਾਕੂਮੈਂਟਸ ਪਾੜ ਕੇ ਉਹਦੇ ਮੂੰਹ ਤੇ ਮਾਰ ਦਿੰਦਾ ਸੀ ਉਹ। ਅੱਛਾ, ਅਸੀਂ ਪੂਰਾ ਜ਼ੋਰ ਲਗਾਇਆ ਉਹਨਾਂ ਨੂੰ ਮਿਲਣ ਦਾ, ਮਿਲੇ ਵੀ ਹੈਗੇ। ਅਜਿਹਾ ਕਿਉਂ, ਇਸ ਤਰ੍ਹਾਂ ਕਿਉਂ? ਸਰ ਅਸੀਂ ਨਹੀਂ ਜਾਣਦੇ ਵੀ ਇਹ ਇਸ ਤਰ੍ਹਾਂ ਉਹਨਾਂ ਨੇ, ਅਸੀਂ ਇੱਕ ਨੇਸ਼ਨ ਬਿਲਡਰ ਹਾਂ, ਟੀਚਰ ਹਾਂ, ਪਰ ਇਹ ਵਿਵਹਾਰ ਸਾਡੇ ਨਾਲ ਹੋਏ ਨਾ, ਇਹ ਵਿਵਹਾਰ ਸਾਡੇ ਨਾਲ ਹੋਏ ਆ, ਉਹਨਾਂ ਦੇ ਅਫਸਰਾਂ ਵੱਲੋਂ ਵੀ ਹੋਏ ਆ ਤੇ ਉਹਨਾਂ ਵੱਲੋਂ ਵੀ ਇਹੋ ਜਿਹੇ ਵਿਵਹਾਰ ਉਸ ਟਾਈਮ ਦੇ ਉੱਤੇ ਕੀਤੇ ਗਏ ਨੇ ਵੀ ਯੂਨੀਅਨਸ ਦੇ ਬੰਦੇ ਨੂੰ ਤੇ ਮਿਲਣਾ ਹੀ ਨਹੀਂ ਹੈਗਾ। ਸਾਡੀ ਫਾਈਲ ਉੱਥੇ ਪਈ ਰਹੀ ਆ, ਅਸੀਂ ਜਿੰਨਾ ਇੱਕ ਨਿਮਾਣੇ ਜਿਹੇ ਬੰਦੇ ਸੀ, ਅਸੀਂ ਜਿੰਨਾ ਕੁ ਜ਼ੋਰ ਲਗਾ ਸਕਦੇ ਲਗਾਇਆ। ਜਦੋਂ ਅਸੀਂ ਦੇਖਿਆ ਥੱਕ ਹਾਰ ਕੇ ਵੀ ਸਿੱਖਿਆ ਮੰਤਰੀ ਸਾਡੇ ਨਾਲ ਹੈ, ਸਿੱਖਿਆ ਮੰਤਰੀ ਸਪੀਚਾਂ ਦਿੰਦਾ ਪਿਆ ਵੀ ਇਹਦੇ ਨਾਲ ਗੈਰ ਕਾਨੂੰਨੀ ਧੱਕਾ ਹੋਇਆ ਹੈ, ਔਰ ਹੋਇਆ ਵੀ ਹੈ। ਜਦੋਂ ਅਸੀਂ ਸਾਰੇ ਪਾਸੇ ਵੇਖਿਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਡਈ, ਮਜਬੂਰ ਹੋ ਕੇ, ਸ਼ਾਇਦ ਪੰਜਾਬ ਦੀ ਇਹ ਪਹਿਲੀ ਜਥੇਬੰਦੀ ਹੋਏਗੀ ਜਿਹੜੀ ਦਿੱਲੀ ਜਾ ਕੇ ਅਸੀਂ ਰਾਹੁਲ ਗਾਂਧੀ ਦਾ ਘਰ ਘੇਰਿਆ। ਅੱਛਾ, ਅਸੀਂ ਦਿੱਲੀ ਜਾ ਕੇ ਰਾਹੁਲ ਗਾਂਧੀ ਦਾ ਘਰ ਘੇਰਿਆ। ਬਦਕਿਸਮਤੀ ਸਾਡੀ ਇਹ ਰਹੀ ਵੀ ਰਾਹੁਲ ਗਾਂਧੀ ਜੀ ਉਸ ਦਿਨ ਜਿਹੜੇ ਹੈਗੇ ਉਹ ਅਬਰੋਡ ਚਲੇ ਗਏ। ਅੱਛਾ, ਬਟ ਉੱਥੋਂ ਸਾਨੂੰ ਇੱਕ ਆਸ਼ਵਾਸਨ ਦਿੱਤਾ ਗਿਆ, ਉਹਨਾਂ ਦੇ ਇੱਕ ਸੈਕਟਰੀ ਸੀਗੇ ਹਰਸ਼ਵਰਧਨ ਜੀ, ਤੁਹਾਡਾ ਕੰਮ ਹੋਏਗਾ। ਠੀਕ ਹੈ, ਬਟ ਸਾਡਾ ਕੰਮ ਨਹੀਂ ਹੋਇਆ। ਉਸ ਤੋਂ ਬਾਅਦ 10 ਦਿਨ ਬਾਅਦ ਅਸੀਂ ਦੁਬਾਰਾ ਸੋਨੀਆ ਗਾਂਧੀ ਜੀ ਦਾ ਦਿੱਲੀ ਵਿੱਚ ਜਾ ਕੇ ਘਰ ਘੇਰਿਆ। ਠੀਕ ਹੈ, ਵਰਦੇ ਮੀਂਹ ਦੇ ਵਿੱਚ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਅੱਤ ਦੀ ਠੰਡ ਸੀਗੀ, ਦਸੰਬਰ ਮਹੀਨਾ ਸੀਗਾ, ਅਸੀਂ ਉਹਦੇ ਘਰ ਦੇ ਬਾਹਰ ਫੁੱਲ ਲੈ ਕੇ ਬੈਠੇ ਆ ਜੀ। ਠੀਕ ਹੈ, ਵੀ ਸਾਨੂੰ ਮੈਡਮ ਨਾਲ ਮਿਲਾਓ। ਕਿਹੜੇ ਸੰਨ ਦੀ ਗੱਲ ਹੈ ਇਹ ਲਾਸਟ ਈਅਰ ਦੀ 2022 ਦਸੰਬਰ ਜੀ, ਹੁਣ ਰੀਸੈਂਟਲੀ ਜੀ। ਠੀਕ ਹੈ, ਸੋਨੀਆ ਗਾਂਧੀ ਜੀ ਤਾਂ ਸਾਨੂੰ ਨਹੀਂ ਮਿਲੇ, ਪਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਹੈ ਪਵਨ ਬਾਂਸਲ ਜਿਹੜੇ ਆਪਣੇ ਐਕਸ ਰੇਲ ਮੰਤਰੀ ਰਹੇ ਨੇ, ਉਹਨਾਂ ਦੀ ਡਿਊਟੀ ਲਗਾਈ ਹੈ। ਠੀਕ ਹੈ, ਸਾਡੀ ਕਾਂਗਰਸ ਆਫਿਸ ਜਿਹੜਾ ਹੁੰਦਾ, ਨੈਸ਼ਨਲ ਕਾਂਗਰਸ ਆਫਿਸ ਹੈ ਜਿਹੜਾ ਹੁੰਦਾ, ਉੱਥੇ ਬਹਿ ਕੇ ਮੀਟਿੰਗ ਹੋਈ ਹੈ ਸਾਡੀ। ਉਹਨਾਂ ਨੂੰ ਜਦੋਂ ਦੱਸਿਆ ਵੀ ਸਾਡੇ ਨਾਲ ਇਹ ਹੋਇਆ, ਉਹ ਵੀ ਹੈਰਾਨ ਹੋ ਗਏ ਵੀ ਇਸ ਤਰ੍ਹਾਂ ਦੇ ਇਹ ਰੂਲਾਂ 'ਚ ਨਹੀਂ ਆਉਂਦਾ ਵੀ ਇਸ ਤਰ੍ਹਾਂ ਕਿਉਂ ਕਰਦੇ ਪਏ ਨਾ ਤੁਹਾਡੇ ਨਾਲ। ਫਿਰ ਉਹਨਾਂ ਨੇ ਉਸੇ ਵੇਲੇ ਔਨ ਦਾ ਸਪੋਰਟ ਸਾਡੇ ਸਾਹਮਣੇ ਐਜੂਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਨੂੰ ਫੋਨ ਲਗਾਇਆ ਵੀ ਇਹ ਕੁਝ ਬੱਚੇ ਆ ਪੰਜਾਬ ਦੇ, ਇਹ ਇੱਥੇ ਆਏ ਆ, ਜਿੰਨੀ ਕਿ ਮੈਂ ਇਹਨਾਂ ਦੀ ਗੱਲ ਸੁਣੀ ਹੈ, ਜੋ ਇਹ ਦੱਸਦੇ ਪਏ ਆ, ਇਹਦੇ ਨਾਲ ਤਾਂ ਧੱਕਾ ਹੋਇਆ ਹੈ, ਹੁਣ ਸੱਚਾਈ ਤੁਸੀਂ ਦੱਸੋ ਵੀ ਕੀ ਗੱਲ ਹੈ। ਤਾਂ ਪ੍ਰਗਟ ਸਿੰਘ ਨੇ ਵੀ ਉਸ ਟਾਈਮ ਤੇ ਇਹ ਕਿਹਾ ਵੀ ਸਰ ਬੱਚੇ ਬਿਲਕੁਲ ਸੱਚ ਕਹਿੰਦੇ ਪਏ ਆ, ਇਹਦੇ ਨਾਲ ਵਾਕਿਆ ਧੱਕਾ ਹੋਇਆ ਆ ਤੇ ਇਹਨਾਂ ਦਾ ਹੱਲ ਕਰਨਾ ਪੈਂਦਾ। ਉਹ ਕਹਿੰਦੇ ਫਿਰ ਹੱਲ ਕਿੰਨੇ ਕਰਨਾ, ਤੁਸੀਂ ਐਜੂਕੇਸ਼ਨ ਮਿਨਿਸਟਰ, ਤੁਸੀਂ ਕਿਉਂ ਨਹੀਂ ਕਰ ਰਹੇ? ਕਹਿੰਦੇ ਜੀ ਮੈਂ ਹੱਲ ਕਰਕੇ ਫਾਈਲ ਬਣਾ ਕੇ ਫਾਈਨੈਂਸ ਮਿਨਿਸਟਰ ਨੂੰ ਭੇਜ ਦਿੱਤੀ ਹੈ, ਬਟ ਉਹ ਸਾਈਨ ਨਹੀਂ ਕਰ ਰਿਹਾ। ਫਿਰ ਉਸ ਟਾਈਮ ਤੇ ਪਵਨ ਬਾਂਸਲ ਜੀ ਨੇ ਉਸ ਟਾਈਮ ਦੇ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਜੀ ਨੂੰ ਫੋਨ ਲਗਾਇਆ ਵੀ ਇਹ ਬੱਚਿਆਂ ਫਾਈਨੈਂਸ ਮਿਨਿਸਟਰ ਨੂੰ ਨਹੀਂ ਲਗਾਇਆ ਉਹਨਾਂ ਨੇ, ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਨੇ ਪੁੱਛਿਆ ਹੈ ਇਹ ਸਵਾਲ, ਉਹਨਾਂ ਨੇ ਪ੍ਰਗਟ ਸਿੰਘ ਜੀ ਨੂੰ ਵੀ ਪੁੱਛਿਆ ਵੀ ਦੱਸੋ ਮੈਂ ਕਿਹਨੂੰ ਕਹਾਂ, ਫਾਈਨੈਂਸ ਮਿਨਿਸਟਰ ਨੂੰ ਕਹਾਂ ਕਿ ਚੰਨੀ ਜੀ ਨੂੰ ਕਹਾਂ? ਉਹ ਕਹਿੰਦੇ ਨਹੀਂ ਜੀ ਤੁਸੀਂ ਚੰਨੀ ਨੂੰ ਕਹੋ। ਠੀਕ ਹੈ, ਤਾਂ ਕਿ ਉਹ ਫਿਰ ਆਪ ਉਹਨਾਂ ਨੂੰ ਕਹਿ ਕੇ ਕੰਮ ਕਰਵਾਉਣਗੇ ਵੀ ਇਹ ਗਲਤ ਹੋ ਰਿਹਾ ਆ। ਠੀਕ ਹੈ, ਉਸ ਟਾਈਮ ਤੇ ਉਹਨਾਂ ਨੇ ਚੰਨੀ ਜੀ ਨੂੰ ਫੋਨ ਲਗਾਇਆ। ਚੰਨੀ ਜੀ ਨੇ ਉਹਦੇ ਧਿਆਨ 'ਚ ਪੂਰੀ ਗੱਲ ਲੈਂਦੀ, ਕਹਿੰਦੇ ਠੀਕ ਹੈ ਜੀ ਇਹਨਾਂ ਨੂੰ ਨੈਕਸਟ ਡੇ ਮੇਰੇ ਕੋਲ ਘਰੇ ਭੇਜ ਦਿਓ ਮੇਰੇ ਆਫਿਸ ਦੇ ਵਿੱਚ, ਤੇ ਇਹਨਾਂ ਦਾ ਸੋਰਟ ਆਊਟ ਅਸੀਂ ਕਰ ਦਿੰਦੇ ਹਾਂ। ਬਟ ਬਦਕਿਸਮਤੀ ਇਹ ਰਹੀ ਹੈ ਵੀ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਹਾਂ ਤੇ ਕੋਡ ਆਫ ਕੰਡਕਟ ਲੱਗ ਗਿਆ, ਸਾਡੀ ਫਾਈਲ ਉੱਥੇ ਹੀ ਪਈ ਰਹਿ ਗਈ। ਸੋ ਬੇਸਿਕਲੀ ਇਸ ਵੇਲੇ ਮਤਲਬ ਕਿ ਤੁਹਾਡੀ ਜਿਹੜੀ ਸਮੱਸਿਆ ਸੀਗੀ ਇਹ ਸਿੱਖਿਆ ਵਿਭਾਗ ਦੀ ਸੀਗੀ
ਕਿ ਫਾਈਨਾਂਸ ਡਿਪਾਰਟਮੈਂਟ ਦੀ ਸੀਗੀ ਕਿ ਦੋਵਾਂ ਦੀ ਸੀ? ਇਹ ਦੋਨਾਂ ਦੀ ਸੀਗੀ ਜੀ। ਜਿਹੜੀ ਪਹਿਲਾਂ ਜਦੋਂ ਸਾਡੀ ਇਹ ਪ੍ਰੋਬਲਮ ਆਈ ਹੈ ਉਸ ਟਾਈਮ ਦੇ ਉੱਤੇ ਤੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੀ ਕਹਿ ਸਕਦੇ ਹਾਂ ਜੀ, ਠੀਕ ਕਿਉਂਕਿ ਹੈ। ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਧਿਆਨ ਦੇ ਵਿੱਚ ਸਾਰੀਆਂ ਗੱਲਾਂ ਲਿਆਂਦੀਆਂ। ਉਸ ਟਾਈਮ ਦੇ ਐਜੂਕੇਸ਼ਨ ਸੈਕਟਰੀ ਕਿਸ਼ਨ ਕੁਮਾਰ ਸੀਗੇ, ਉਹਨਾਂ ਦੇ ਧਿਆਨ ਦੇ ਵਿੱਚ ਪੂਰੀ ਗੱਲ ਲਿਆਂਦੀ ਹੈ। ਪਰ ਕਿਸ਼ਨ ਕੁਮਾਰ ਦਾ ਰਵੱਈਆ ਪੂਰਾ ਪੰਜਾਬ ਜਾਣਦਾ ਆ, ਉਹ ਕਿਸੇ ਤੋਂ ਵੀ ਮਤਲਬ ਓਲਾ ਨਹੀਂ ਹੈਗਾ ਉਹਦੇ ਵਿੱਚ ਕੋਈ ਵੀ। ਉਸ ਟਾਈਮ ਦੇ ਉੱਤੇ ਜਿਹੜੇ ਐਜੂਕੇਸ਼ਨ ਮਿਨਿਸਟਰ ਸੀਗੇ, ਜੋ ਅਸੀਂ ਮਹਿਸੂਸ ਕੀਤਾ, ਮੈਂ ਪਰਸਨਲੀ ਮੇਰੀ ਮਤਲਬ ਮੇਰੀ ਸੋਚ ਹੈ ਵੀ ਇੱਕ ਐਜੂਕੇਸ਼ਨ ਮਿਨਿਸਟਰ ਐਜੂਕੇਸ਼ਨ ਸੈਕਟਰੀ ਨੂੰ ਫੋਨ ਕਰਨ ਤੋਂ ਡਰਦਾ ਸੀਗਾ, ਜਿਸ ਕਰਕੇ ਸਾਡੀ ਇਹ ਪ੍ਰੋਬਲਮ ਬਹੁਤ ਵੱਡੀ ਜਿਹੜੀ ਡੇ ਬਾਏ ਡੇ ਹੁੰਦੀ ਗਈ। ਨਹੀਂ ਤੇ ਇਹ ਇੱਕ, ਜੇ ਅਸੀਂ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ ਕਹੀਏ, ਇਹ ਵਿਭਾਗੀ ਇੱਕ ਜਿਹੜਾ ਐਰਰ ਹੈ, ਵਿਭਾਗੀ ਐਰਰ, ਇਹ ਵਿਭਾਗੀ ਐਰਰ ਹੈ। ਕਿਉਂਕਿ ਸੁਪਰੀਮ ਕੋਰਟ ਵੀ ਕਹਿੰਦੀ ਹੈ, ਔਰ ਅੱਜ ਤੱਕ ਇੰਡੀਆ ਦੇ ਵਿੱਚ ਇਹ ਕਦੀ ਨਹੀਂ ਹੋਇਆ ਵੀ ਇੱਕ ਭਰਤੀ ਉੱਤੇ ਇੱਕੋ ਦਿਨ ਸਮਾਨ ਪੋਸਟ ਦੇ ਉੱਤੇ ਜੁਆਇਨ ਕੀਤੇ ਲੋਕਾਂ ਨੂੰ ਅੱਡ-ਅੱਡ ਤਨਖਾਹ ਕਿੱਦਾਂ ਦਿੱਤੀ ਜਾ ਸਕਦੀ ਹੈ। ਦੇਖੋ ਜੀ, ਅੱਜ ਇਹ ਸਾਨੂੰ ਐਡਜਸਟ ਕਰ ਰਿਹਾ, ਮੰਨ ਲਓ ਜੀ ਇਹ ਐਡਜਸਟਮੈਂਟ, ਮੈਂ ਉਹੀ ਗੱਲ ਕਰ ਰਿਹਾ ਸੀਗਾ ਵੀ ਠੀਕ ਹੈ ਜੀ, ਵੀ ਜੇ ਤੁਹਾਨੂੰ ਐਡਜਸਟ ਕਰਦੇ ਨੇ, ਠੀਕ ਹੈ ਨਾ, ਤੇ ਉਹਦੇ ਤੇ ਹਰਜ ਕੀ ਹੈ? ਜੇ ਐਡਜਸਟ, ਜੇ ਇੱਕ ਪਾਸੇ ਉਹ ਕਹਿੰਦੇ ਨੇ ਅਸੀਂ ਤੁਹਾਨੂੰ ਐਡਜਸਟ ਕਰ ਰਹੇ ਹਾਂ, ਠੀਕ ਹੈ ਨਾ, ਤੇ ਉਹਦੇ 'ਚ ਹਰਜ ਕੀ ਹੈ? ਇੱਕ ਪਾਸੇ ਤਾਂ ਅਸੀਂ ਐਡਜਸਟ ਹੋ ਰਹੇ ਹਾਂ ਨਾ। ਦੇਖੋ ਜੀ, ਸਾਨੂੰ ਐਡਜਸਟ ਕਰ ਰਹੇ ਆ, ਪਰ ਬੇਸਿਕਲੀ ਕਾਨੂੰਨ ਦੇ ਮੁਤਾਬਿਕ ਨਹੀਂ ਕੀਤਾ ਜਾ ਰਿਹਾ। ਸਾਡੀ 5 ਸਾਲ ਦੀ ਸਰਵਿਸ ਖਤਮ ਕੀਤੀ ਜਾ ਰਹੀ ਹੈ। ਇੰਡੀਆ ਦੀ ਇੱਕ ਲੋਤੀ ਭਰਤੀ ਇਹ ਹੋਏਗੀ, ਇੱਕ ਲੋਤੀ ਜਿਹਦਾ ਪ੍ਰੋਬੇਸ਼ਨ ਪੀਰੀਅਡ 8 ਸਾਲ ਦਾ ਕਰ ਦਿੱਤਾ ਗਿਆ ਜੀ। ਅੱਛਾ, 5 ਸਾਲ ਅਸੀਂ ਪਹਿਲਾਂ ਨੌਕਰੀ ਕੀਤੀ, 3 ਸਾਲ ਦਾ ਪ੍ਰੋਬੇਸ਼ਨ ਸਾਡੇ ਤੇ ਫੇਰ ਲਗਾਤਾ ਵਿਦਆਊਟ ਐਨੀ ਫਾਲਟ। ਪ੍ਰੋਬੇਸ਼ਨ ਤੇ ਉਹਦਾ ਐਕਸਟੈਂਡ ਕੀਤਾ ਜਾਂਦਾ ਜਿਹਦਾ ਕੋਈ ਕਸੂਰ ਹੁੰਦਾ ਆ, ਉਹ ਵੀ 1 ਸਾਲ ਦੇ ਲਈ ਹੁੰਦਾ ਵੱਧ ਤੋਂ ਵੱਧ। ਸਾਡਾ 8 ਸਾਲ ਦਾ ਸਾਡੇ ਉੱਤੇ ਪ੍ਰੋਬੇਸ਼ਨ ਇਹਨਾਂ ਨੇ ਲਗਾ ਦਿੱਤਾ ਜੀ। ਸਾਡੀ ਸੈਲਰੀ ਜਿਹੜੀ ਉਸ ਟਾਈਮ ਤੇ 45,000 ਸੀਗੀ, ਉਹ 25,000 ਕਰ ਦਿੱਤੀ ਗਈ ਹੈ। ਸਾਡੀਆਂ ਟਰਾਂਸਫਰਾਂ ਨਹੀਂ ਕੀਤੀਆਂ ਜਾ ਰਹੀਆਂ। ਟੀਚਰ, ਸਾਡੇ ਨਾਲ ਦੇ ਟੀਚਰ ਆ, 3-3 ਵਾਰੀ ਆਪਣੀ ਟਰਾਂਸਫਰ ਕਰਾ ਕੇ ਆਪਣੇ ਹੋਮ ਟਾਊਨ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਜਾ ਚੁੱਕੇ ਆ। ਸਾਡੇ ਸਾਥੀ, ਸਾਡੀਆਂ ਭੈਣਾਂ ਆਪਣੇ ਘਰ ਤੋਂ 300-300 ਕਿਲੋਮੀਟਰ ਦੂਰ ਬੈਠੀਆਂ ਹੋਈਆਂ ਨੇ, ਉਹਨਾਂ ਦੀ ਟਰਾਂਸਫਰ ਨਹੀਂ ਕੀਤੀ ਜਾ ਰਹੀ। ਤੁਹਾਡੇ ਨਾਲ ਹੋਰ ਕਿੰਨੀਆਂ ਕੁ ਭਰਤੀਆਂ ਹੋਈਆਂ ਸੀ? ਜਿਵੇਂ ਤੁਸੀਂ ਕਿਹਾ ਵੀ 6505 ਟੀਚਰ ਅਸੀਂ ਭਰਤੀ ਹੋਏ ਸੀ, ਉਹਦੇ ਨਾਲ ਹੋਰ ਵੀ ਕੋਈ ਉਸ ਤੋਂ ਬਾਅਦ ਵੀ ਹੋਏ ਕਿ ਸਿਰਫ ਤੁਹਾਡੇ ਨਾਲ ਹੀ ਧੱਕਾ ਹੋ ਰਿਹਾ ਕਿ ਜਿੰਨੇ ਤੁਹਾਡੇ ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨਾਲ ਵੀ ਇਹੀ ਕੁਝ ਚੱਲ ਰਿਹਾ? ਨਹੀਂ ਜੀ, ਇਹ ਸਿਰਫ ਜਿਹੜਾ ਧੱਕਾ ਨਾਲ ਬੇਸਿਕਲੀ ਸਿਰਫ ਸਾਡੇ ਨਾਲ ਕੀਤਾ ਹੈ ਜੀ। ਅੱਛਾ, ਸਪੈਸੀਫਿਕ? ਹਾਂਜੀ, ਸਾਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਇਹ ਕਿਉਂ ਕੀਤਾ ਗਿਆ, ਪਰ ਇਹ ਜਿੰਨਾ ਵੀ ਕੀਤਾ ਗਿਆ ਉਸ ਟਾਈਮ ਦੇ ਮੌਜੂਦਾ ਸੈਕਟਰੀ ਵੱਲੋਂ ਕੀਤਾ ਗਿਆ ਜੀ। ਸਾਨੂੰ ਅੱਜ ਤੱਕ ਨਹੀਂ ਸਮਝ ਆ ਰਹੀ। ਠੀਕ ਹੈ, ਅੱਜ ਇਹਨਾਂ ਨੇ ਇੱਕ ਧੱਕਾ ਆ ਵੀ, ਇੱਕ ਪਾਸੇ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ, ਚਾਹੇ ਅਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ, ਚਾਹੇ ਵਿਪਕਸ਼ ਦੀ ਗੱਲ ਕਰ ਲਈਏ, ਇਹ ਸਾਰੇ ਜਣੇ ਨਾ ਪੰਜਾਬ ਦੇ ਵਿੱਚ, ਅੱਜ ਪੂਰਾ ਪੰਜਾਬ ਜਾਣਦਾ ਹੈ ਵੀ ਅੱਜ ਤੋਂ 10 ਕੁ ਦਿਨ ਪਹਿਲਾਂ ਪੰਜਾਬ ਦੇ ਵਿੱਚ ਇੱਕ ਬੜਾ ਰੌਲਾ ਪਿਆ ਸੀਗਾ ਵੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਇਆ ਜਾ ਰਿਹਾ ਜੀ। ਬਹੁਤ ਬੜਾ ਗਰਮਾਇਆ ਸੀ ਇਹ ਮੁੱਦਾ। ਉਹਦੇ ਵਿੱਚ ਕੀ ਹੋਇਆ ਸੀਗਾ ਵੀ ਚੰਡੀਗੜ੍ਹ ਦੇ ਉੱਤੇ ਸੈਂਟਰ ਦੇ ਜਿਹੜੇ ਸਰਵਿਸ ਰੂਲ ਲਾਗੂ ਕੀਤੇ ਜਾ ਰਹੇ ਆ ਜੀ। ਤੇ ਇਹਨਾਂ ਨੇ ਸਾਰਿਆਂ ਨੇ, ਮੌਜੂਦਾ ਸਰਕਾਰ ਨੇ ਵੀ ਤੇ ਵਿਪਕਸ਼ ਨੇ ਵੀ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ, ਸਾਰਿਆਂ ਨੇ ਉਹਦਾ ਵਿਰੋਧ ਕੀਤਾ ਵੀ ਇਹ ਜਿਹੜਾ ਧੱਕਾ ਆ। ਤੇ ਕੀ ਇਹ ਧੱਕਾ ਨਹੀਂ ਹੈਗਾ ਵੀ ਜਿਹੜੇ ਪੰਜਾਬ ਦੇ, ਚੰਡੀਗੜ੍ਹ ਦੇ ਛੱਡੋ, ਜਿਹੜੇ ਪੰਜਾਬ ਦੇ ਮੁਲਾਜ਼ਮ ਪੰਜਾਬ ਦੇ ਵਿੱਚ ਰਹਿੰਦੇ ਪਏ ਆ, ਉਹਨਾਂ ਉੱਤੇ ਤੁਸੀਂ ਸੈਂਟਰ ਦਾ ਪੇ ਸਕੇਲ ਲਗਾ ਰਹੇ ਹੋ? ਮੌਕੇ ਦੀ ਸਰਕਾਰ ਕਹਿ ਰਹੀ ਹੈ। ਬਿਲਕੁਲ ਜੀ, ਮੌਕੇ ਦੀ ਸਰਕਾਰ ਕਹਿ ਰਹੀ ਹੈ ਕਿ ਸੈਂਟਰਲ ਸਰਵਿਸ ਰੂਲ ਦੇ ਅਕੋਰਡਿੰਗ ਅਸੀਂ ਤੁਹਾਡੀ ਭਰਤੀ ਦੁਬਾਰਾ ਤੋਂ ਕਰ ਦਿੰਦੇ ਹੋ, ਇੱਕ ਤਰੀਕੇ ਦੀ, ਜੋ ਤੁਹਾਡੇ ਕਹਿਣ ਦਾ ਮਤਲਬ ਹੈ। ਹਾਂ, ਤੁਸੀਂ ਇਹ ਕਹਿ ਸਕਦੇ ਵੀ ਦੁਬਾਰਾ ਤੋਂ ਕਰ ਰਹੇ ਆ, ਪਰ ਜੇ ਅਸੀਂ ਦੂਜੇ ਪਾਸੇ ਕੀ ਟਰਮਸ ਪ੍ਰੋਪਰ ਟਰਮਸ ਕੀ ਸੀਗੀਆਂ ਜੀ? ਉਹ ਵੀ ਜਿਹੜੀਆਂ ਉਹ ਟਰਮਸ ਕਹਿ ਰਹੇ ਨੇ ਵੀ ਅਕੋਰਡਿੰਗ ਟੂ ਟਰਮਸ ਆਓ ਵੀ ਅਸੀਂ ਤੁਹਾਨੂੰ ਐਡਜਸਟ ਕਰ ਦਿੰਦੇ ਹਾਂ, ਉਹ ਪ੍ਰੋਪਰ ਟਰਮਸ ਕੀ ਹੈਗੀਆਂ ਨੇ ਸਾਰੀਆਂ? ਉਹ ਪ੍ਰੋਪਰ ਟਰਮਸ ਜੀ, ਸਭ ਤੋਂ ਪਹਿਲਾਂ ਤੇ ਸਾਡੇ ਉੱਤੇ ਜਿਹੜਾ ਹੈ ਸੈਂਟਰ ਦਾ ਪੇ ਸਕੇਲ ਲਗਾ ਰਿਹਾ, ਜਿਸ ਸਾਡੀ ਤਨਖਾਹ ਦੀ ਕੀਤੀ ਜਾ ਰਹੀ ਹੈ। ਠੀਕ ਹੈ, ਸਟੇਟ ਸਰਵਿਸ ਰੂਲ ਐਂਡ ਸੈਂਟਰ ਸਰਵਿਸ ਰੂਲ ਅਲੱਗ-ਅਲੱਗ ਨੇ, ਪੇ ਸਕੇਲ ਕੇ ਸਰਵਿਸ ਰੂਲ? ਸਰ, ਸਰਵਿਸ ਰੂਲ ਵੀ ਅਲੱਗ ਨੇ, ਪਲੱਸ ਪੇ ਸਕੇਲ ਅਲੱਗ ਹੈ। ਮਤਲਬ ਕਿ ਤੁਹਾਨੂੰ ਸੈਂਟਰਲ ਪੇ ਸਕੇਲ ਦੇ ਅਕੋਰਡਿੰਗ ਐਡਜਸਟ ਕਰ ਰਹੇ? ਬਿਲਕੁਲ ਜੀ। ਸੈਂਟਰਲ ਪੇ ਸਕੇਲ ਦੇ ਅਕੋਰਡਿੰਗ ਕਿੰਨੀ ਤਨਖਾਹ ਬਣਦੀ ਹੈ ਜੀ? ਸੈਂਟਰ ਪੇ ਸਕੇਲ ਦੇ ਹਿਸਾਬ ਨਾਲ ਸਾਡੀ 25,000 ਬਣ ਰਹੀ ਹੈ ਜੀ। ਤੇ ਸਟੇਟ ਪੇ ਸਕੇਲ ਦੇ ਨਾਲ? ਉਹ ਐਟ ਪ੍ਰੈਜ਼ੈਂਟ ਜਿਹੜੇ ਸਾਡੇ ਨਾਲ ਦੇ, ਉਹ ਤੇ ਬੜੀ ਅੱਛੀ ਹੈਂਡਸਮ ਸੈਲਰੀ ਲੈ ਰਹੇ, ਆਲਮੋਸਟ 25,000 ਤੋਂ ਕਿਤੇ ਵੀ, ਠੀਕ ਹੈ, ਨੀਅਰ ਅਬਾਊਟ 50,000 ਦੇ ਉਹ ਸੈਲਰੀ ਲੈ ਰਹੇ ਨੇ ਜੀ। ਠੀਕ ਹੈ। ਔਰ ਸਾਡੀ 5 ਸਾਲ ਦੀ ਜਿਹੜੀ ਸਰਵਿਸ ਹੈ, ਜਿਹੜੀ ਅਸੀਂ ਸੇਵਾ ਨਿਭਾਈ ਹੈ, ਸਭ ਤੋਂ ਵੱਡਾ ਧੱਕਾ ਇਹ ਹੈ ਜਿਹੜੀ 5 ਸਾਲ ਦੀ ਅਸੀਂ ਸੇਵਾ ਨਿਭਾਈ ਹੈ, ਉਹ ਕਿੱਥੇ ਗਈ? ਉਹਦਾ ਕੋਈ ਰਿਕਾਰਡ ਨਹੀਂ, ਉਹਨੂੰ ਖਤਮ ਕਰਦੇ ਪਏ ਆ। ਉਹ ਵੀ ਰੂਲਾਂ ਦੀ ਉਲੰਘਣਾ ਆ। ਇਸ ਦੇ ਨਾਲ ਮੈਂ ਤੁਹਾਨੂੰ ਹੋਰ ਚਾਨਣਾ ਪਾਣਾ, ਇੱਕ ਪਾਸੇ ਤੇ ਇਹਨਾਂ ਨੇ ਜਿਹੜੇ ਉਹ ਓਵਰ ਏਜ ਸਾਥੀ ਸੀਗੇ, ਉਹਨਾਂ ਨੂੰ ਸਿਲੈਕਟ ਕੀਤਾ। ਸਾਡੇ ਸਰਵਿਸ ਰੂਲ ਦੇ ਵਿੱਚ ਇਹਨਾਂ ਕੋਲੋਂ ਗਲਤੀ ਨਾਲ ਲਿਖਿਆ ਗਿਆ ਹੈਗਾ ਵੀ ਏਜ 37 ਤੋਂ 42 ਕੀਤੀ ਜਾਂਦੀ ਹੈ। ਗਲਤੀ ਨਾਲ ਲਿਖਿਆ ਗਿਆ, ਵਿਭਾਗੀ ਐਰਰ। ਹਾਂਜੀ, ਰੀਜ਼ਨ ਮੈਂ ਉਹ ਤਾਂ ਕਹਿ ਰਿਹਾ ਹਾਂ ਵਿਭਾਗੀ ਐਰਰ, ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਭਰਤੀਆਂ ਕੀਤੀਆਂ ਆ, ਜਿਹੜੀ 2364 ਦੀ ਭਰਤੀ ਆਈ ਆ, 6635 ਦੀ ਭਰਤੀ ਆਈ ਆ, ਮਤਲਬ ਪੋਸਟਾਂ ਦੀ ਗਿਣਤੀ ਆ 6635 ਔਰ 2364, ਉਹਨਾਂ ਦੇ ਵਿੱਚ ਦੁਬਾਰਾ ਜਿਹੜੀ ਇਹਨਾਂ ਨੇ ਐਡ ਕੱਢੀ ਹੈ, ਉਹਦੇ ਵਿੱਚ ਦੁਬਾਰਾ ਤੋਂ ਜਿਹੜੀ ਏਜ ਲਿਮਿਟ ਉਹ 37 ਸਾਲ ਹੀ ਹੈ। ਜੇ ਇਹਨਾਂ ਦਾ ਐਰਰ ਨਹੀਂ ਹੈਗਾ ਤੇ ਉਹ ਜਿਹੜੀ ਨਵੀਂ ਇਹਨਾਂ ਨੇ ਇਸ਼ਤਿਹਾਰ ਦਿੱਤਾ ਉਸ ਪਰ 42 ਸਾਲ ਕਰਦੇ,
ਫਿਰ ਉਹ 37 ਸਾਲ ਹੀ ਹੈ। ਅੱਛਾ, ਜਿਹੜੀ ਦੁਬਾਰਾ ਕੀਤੀ ਉਹ ਫਿਰ 37 ਸਾਲ ਹੀ ਉਹ ਹੈ। ਫਿਰ 37 ਸਾਲ ਹੈ ਜੀ। ਹੂੰ। ਔਰ ਇਸ ਦੇ ਨਾਲ ਹੀ ਮੈਂ ਕਈ ਰੂਲ ਹੈ ਜਿਹੜੇ ਇਹਨਾਂ ਨੇ ਬ੍ਰੇਕ ਕਰ ਦਿੱਤੇ ਆ। ਸਭ ਤੋਂ ਵੱਡਾ ਰੂਲ ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਕੀਤੀ ਹੈ ਵੀ ਜਿਹੜੇ ਉਹ ਓਵਰ ਏਜ ਸਾਥੀ ਆ ਉਹਨਾਂ ਨੂੰ ਇਹ ਅਲੋ ਕਿਉਂ ਹੋਏ ਵੀ ਉਹ ਸਰਵਿਸ ਰੂਲਾਂ ਵਿੱਚ ਲਿਖਿਆ ਹੋਇਆ ਸੀਗਾ ਉਸ ਟਾਈਮ ਦੇ ਉੱਤੇ, ਚਾਹੇ ਉਹ ਗਲਤੀ ਸੀਗੀ ਪਰ ਲਿਖਿਆ ਸੀਗਾ ਵੀ ਏਜ 37 ਤੋਂ 42 ਕੀਤੀ ਜਾਂਦੀ ਹੈ। ਬਟ ਉਸੇ ਹੀ ਸਰਵਿਸ ਰੂਲ ਦੇ ਵਿੱਚ ਅੱਜ ਤੋਂ ਕਈ ਸਾਲਾਂ ਤੋਂ ਲੈ ਕੇ ਹੁਣ ਤੱਕ ਉਹ ਚੱਲਦਾ ਆ ਰਿਹਾ ਵੀ ਜਦੋਂ ਕੋਈ ਇੱਕ ਮੁਲਾਜ਼ਮ ਜਿਹੜਾ ਹੁੰਦਾ ਨਾ, ਇੱਕ ਰੂਲ ਹੁੰਦਾ ਸਾਡਾ 4.3 ਜਿਹਨੂੰ ਕਹਿੰਦੇ ਆ ਪੇ ਪ੍ਰੋਟੈਕਸ਼ਨ ਸਰਵਿਸ ਪ੍ਰੋਟੈਕਟ ਕਰਨਾ। ਇਹਦੀ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਸਮਝਾਉਣਾ। ਉਹ ਸਾਡੀ ਹੀ ਭਰਤੀ ਵਿੱਚ ਇਸ ਤਰ੍ਹਾਂ ਹੋ ਵੀ ਚੁੱਕਿਆ ਹੈ। ਸਾਡੀ ਭਰਤੀ 'ਚ ਹੋਇਆ ਜਿਸ 'ਚ ਅਸੀਂ ਰਿਕਰੂਟ ਹੋਏ ਆ। ਅਗਰ ਕੋਈ ਇੱਕ ਮੁਲਾਜ਼ਮ ਐਗਜ਼ਾਮਪਲ ਦੇ ਤੌਰ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ ਐਜ਼ ਏ ਕਨਸਟੇਬਲ ਦੀ ਨੌਕਰੀ ਕਰਦਾ ਹੈ ਜੀ, ਉਹਦੀ ਜਿਹੜੀ ਸੈਲਰੀ ਹੈ ਐਜ਼ ਏ ਕਨਸਟੇਬਲ ਉਹ ਉੱਥੇ 35,000 ਰੁਪਏ ਤਨਖਾਹ ਲੈਂਦਾ ਹੈ ਜੀ। ਬਟ ਉਹਦਾ ਦਿਲ ਕਰਦਾ ਵੀ ਮੈਂ ਨਾਲ ਈਟੀਡੀ ਕੀਤੀ ਹੋਈ ਹੈ, ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ਿਫਟ ਹੋਣਾ ਚਾਹੁੰਦਾ ਹਾਂ, ਤੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ਿਫਟ ਹੋ ਜਾਂਦਾ ਆ, ਉਹ ਸਿਲੈਕਟ ਹੋ ਜਾਂਦਾ ਐਜ਼ ਏ ਟੀਚਰ। ਠੀਕ ਹੈ। ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੇ ਰੂਲ ਪਾਸ ਕੀਤਾ ਹੋਇਆ ਵੀ ਜਦੋਂ ਕੋਈ ਮੁਲਾਜ਼ਮ ਸਿਲੈਕਟ ਹੁੰਦਾ ਤੇ ਉਹਨੂੰ ਪਹਿਲੇ 3 ਸਾਲ ਬੇਸਿਕ ਸੈਲਰੀ ਦਿੱਤੀ ਜਾਂਦੀ ਹੈ, ਨੀਅਰ ਅਬਾਊਟ 10,300 ਰੁਪਏ ਬੇਸਿਕ ਸੈਲਰੀ। ਬੇਸਿਕ ਸੈਲਰੀ ਠੀਕ ਹੈ, 10,300 ਰੁਪਏ। ਬਟ ਜਿਹੜਾ 4.3 ਰੂਲ ਕੀ ਕਹਿੰਦਾ ਆ ਵੀ ਜਿਹੜਾ ਇੱਕ ਮੁਲਾਜ਼ਮ ਇੱਕ ਜਗ੍ਹਾ ਤੇ ਨੌਕਰੀ ਕਰ ਰਿਹਾ ਆ ਉੱਥੋਂ ਸ਼ਿਫਟ ਹੋ ਕੇ ਉਹ ਨੌਕਰੀ ਤੋਂ ਰਿਜ਼ਾਈਨ ਪਾ ਕੇ ਦੂਜੀ ਨੌਕਰੀ ਵਿੱਚ ਜਾਂਦਾ ਹੈ ਨਾ, ਤੇ ਜਿੰਨੀ ਉਹ ਪਹਿਲੀ ਨੌਕਰੀ ਵਿੱਚ ਤਨਖਾਹ ਲੈਂਦਾ ਪਿਆ ਉਸ ਤੋਂ ਘੱਟ ਤਨਖਾਹ ਨਹੀਂ ਦਿੱਤੀ ਜਾ ਘੱਟ ਨਹੀਂ ਦਿੱਤੀ ਜਾ ਸਕਦੀ, ਵੱਧ ਲੈ ਸਕਦਾ ਆ, ਉਹਨੂੰ ਘੱਟ ਨਹੀਂ ਦਿੱਤੀ ਜਾ ਸਕਦੀ। ਜਿਸ ਟਾਈਮ ਤੇ ਸਾਡੀ ਭਰਤੀ ਹੋਈ ਸੀਗੀ ਉਸ ਟਾਈਮ ਦੇ ਉੱਤੇ ਸਾਡੀ ਇਸ ਭਰਤੀ ਵਿੱਚ ਕੁਝ ਸਾਡੇ ਭੈਣ ਭਰਾ ਪੰਜਾਬ ਪੁਲਿਸ ਚੋਂ, ਕੁਝ ਭੈਣ ਭਰਾ ਸਾਡੇ ਪਟਵਾਰੀ ਦੀਆਂ ਨੌਕਰੀਆਂ ਛੱਡ ਕੇ ਸਾਡੀ ਇਸ ਭਰਤੀ ਵਿੱਚ ਐਜ਼ ਏ ਟੀਚਰ ਦੇ ਤੌਰ ਤੇ ਸਿਲੈਕਟ ਹੋਏ। ਸਾਨੂੰ ਪਹਿਲੇ 2 ਸਾਲ ਉਸ ਟਾਈਮ ਤੇ 10,000 ਤਨਖਾਹ ਦਿੱਤੀ ਗਈ ਪਰ ਉਹਨਾਂ ਨੂੰ 35,000 ਰੁਪਏ ਤਨਖਾਹ ਮਿਲਦੀ ਰਹੀ। ਠੀਕ ਹੈ। ਜਿਸ ਦਿਨ ਸਾਡਾ 2 ਸਾਲ ਦਾ ਟਾਈਮ ਪੀਰੀਅਡ ਪੂਰਾ ਹੋ ਗਿਆ, ਜਦੋਂ ਸਾਡੀ ਤਨਖਾਹ ਵਧੀ ਫੋਰ ਐਗਜ਼ਾਮਪਲ 40,000 ਹੋ ਗਈ, 45,000 ਹੋ ਗਈ, ਤਾਂ ਉਹਨਾਂ ਨੂੰ ਵੀ 45,000 ਮਿਲਣੀ ਸ਼ੁਰੂ ਹੋ ਗਈ। 40-45,000 ਮਿਲਣੀ ਸ਼ੁਰੂ ਹੋ ਗਈ, ਜਿਹਨੂੰ ਕਹਿੰਦੇ ਆ ਪੇ ਪ੍ਰੋਟੈਕਸ਼ਨ। ਪੇ ਪ੍ਰੋਟੈਕਸ਼ਨ। ਹੁਣ ਸਾਡੀ ਜਿਹੜੀ 5 ਸਾਲ ਦੀ ਪਿਛਲੀ ਨੌਕਰੀ ਹੈ, ਸਾਡੀ ਪੇ ਪ੍ਰੋਟੈਕਸ਼ਨ ਦਾ ਰੂਲ ਕਿੱਥੇ ਗਿਆ? ਅਸੀਂ ਤੇ ਰਿਜ਼ਾਈਨ ਹੀ ਨਹੀਂ ਦਿੱਤਾ, ਗਲਤੀ ਵੀ ਡਿਪਾਰਟਮੈਂਟ ਦੀ ਹੈ। ਫਿਰ ਸਾਡੇ ਨਾਲ ਇਹ ਧੱਕਾ ਕਿਉਂ ਹੋ ਰਿਹਾ? ਲਗਭਗ ਕਿੰਨੇ ਸਾਲ ਬਾਅਦ ਇਹ ਪੇ ਪ੍ਰੋਟੈਕਸ਼ਨ ਵੱਧ ਜਾਂਦੀ ਹੈ ਜੀ? ਨਹੀਂ ਸਰ, ਉਹ ਮਤਲਬ ਡੇ ਫਸਟ ਤੋਂ ਜਦੋਂ ਇੱਕ ਮੁਲਾਜ਼ਮ ਕਿਸੇ ਵੀ ਨੌਕਰੀ ਉੱਤੇ ਸਿਲੈਕਟ ਹੋ ਜਾਂਦਾ ਹੈ, ਜਦੋਂ ਉਹ ਤਨਖਾਹ ਲੈਂਦਾ ਪਿਆ ਆ, ਉਹ ਉੱਥੋਂ ਰਿਜ਼ਾਈਨ ਦੇ ਕੇ ਜਦੋਂ ਦੂਜੀ ਨੌਕਰੀ ਦੇ ਵਿੱਚ ਜਾਂਦਾ ਆ ਤੇ ਉਹਦੀ ਜਿਹੜੀ ਆ ਪੇ ਪ੍ਰੋਟੈਕਸ਼ਨ ਦੇਣੀ ਹੀ ਪੈਣੀ ਹੈ। ਠੀਕ ਹੈ। ਔਰ ਸਾਡੀ ਭਰਤੀ ਵਿੱਚ ਦਿੱਤੀ ਵੀ ਹੈਗੀ ਇਹਨਾਂ ਨੇ। ਠੀਕ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਰੂਲ ਹੋਰ ਦੱਸਦਾ ਜੀ। ਰੂਲਾਂ ਦੀ ਜੇ ਗੱਲ ਕਰੀਏ ਤੇ ਢੇਰ ਹੀ ਲੱਗਾ ਪਿਆ ਜਿਹੜਾ ਨੇ ਬ੍ਰੇਕ ਕੀਤੇ ਨਾ। ਠੀਕ ਹੈ। ਇਸ ਤੋਂ ਇਲਾਵਾ ਨਾ ਜਦੋਂ ਸਾਡੀ ਭਰਤੀ ਹੋਈ ਹੈ ਜੀ, ਉਸ ਸਮੇਂ ਦੇ ਉੱਤੇ ਨਾ 2 ਐਡਵਰਟਾਈਜ਼ਮੈਂਟ ਇਕੱਠੀਆਂ ਆਈਆਂ ਸੀਗੀਆਂ। ਅੱਛਾ। ਇੱਕ ਦੇ ਵਿੱਚ ਪੋਸਟਾਂ ਦੀ ਗਿਣਤੀ ਸੀ 4500 ਤੇ ਦੂਜੀ ਦੀ ਗਿਣਤੀ ਸੀ 2005। ਅੱਛਾ। 4500 ਦੀ ਜਦੋਂ ਭਰਤੀ ਹੋ ਗਈ ਪਹਿਲਾਂ, ਜਦੋਂ 2005 ਦੀ ਭਰਤੀ ਹੋਈ ਨਾ, ਜਦੋਂ 4500 ਦੀ ਭਰਤੀ ਹੋਣ ਦੀ ਸੀ ਉਸ ਟਾਈਮ ਦੇ ਉੱਤੇ ਸੀ ਸਾਨੂੰ ਬੇਸਿਕ ਪੇ ਜਿਹੜੀ ਹੈ ਨਾ ਉਹ ਰੂਲ ਸੀ ਵੀ ਸਿਰਫ 2 ਸਾਲ ਦੇਣੀ ਹੈ ਜੀ। 4500 ਦੀ ਜਦੋਂ ਇਸ਼ਤਿਹਾਰ ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਨਾ ਇੱਕ ਰੂਲ ਬਣਾ ਦਿੱਤਾ ਵੀ ਇਹ 2 ਸਾਲ ਦੀ ਬਜਾਏ 3 ਕਰ ਦਿਓ ਜੀ, ਇਹਨੂੰ 3 ਸਾਲ ਹੀ ਬੇਸਿਕ ਸੈਲਰੀ ਦਿੱਤੀ ਜਾਏਗੀ ਜੀ। ਜਦੋਂ 2005 ਦੀ ਭਰਤੀ ਕੰਪਲੀਟ ਹੋਈ, ਇਹਨਾਂ ਨੇ 2005 ਵਾਲੀ ਭਰਤੀਆਂ ਨੂੰ ਕਹਿ ਦਿੱਤਾ ਵੀ ਤੁਹਾਨੂੰ ਜਿਹੜੀ ਹੈ ਨਾ ਬੇਸਿਕ ਸੈਲਰੀ 3 ਸਾਲ ਤੱਕ ਦਿੱਤੀ ਜਾਏਗੀ। ਠੀਕ ਹੈ। ਬਟ ਕੁਝ ਦੇਰ ਬਾਅਦ ਕੁਝ ਟੀਚਰਸ ਨੇ ਉਹਨੂੰ ਚੈਲੰਜ ਕੀਤਾ, ਡਿਪਾਰਟਮੈਂਟ ਨੇ ਵੀ ਦੇਖਿਆ ਵੀ ਜਿਹੜੀ ਉਹ 2005 ਪੋਸਟਾਂ ਵਾਲੀ ਜਿਹੜੀ ਭਰਤੀ ਹੈ ਉਹਦੀ ਜਿਹੜਾ ਇਸ਼ਤਿਹਾਰ ਆਇਆ ਸੀ ਨਾ, ਇਹ 3 ਸਾਲ ਦਾ ਜਿਹੜਾ ਰੂਲ ਬਣਾਇਆ ਨਾ ਉਸ ਤੋਂ 10 ਦਿਨ ਪਹਿਲਾਂ ਆਇਆ ਸੀਗਾ। ਅੱਛਾ। ਇਟ ਮੀਨਸ ਵੀ ਇਹ ਰੂਲ 3 ਸਾਲ ਵਾਲਾ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ, ਉਹਨਾਂ ਦਾ ਵੀ ਜਿਹੜੀ ਬੇਸਿਕ ਪੇ ਹੈ ਉਹ 2 ਸਾਲ ਹੀ ਚੱਲੂਗੀ ਜੀ। 2 ਸਾਲ ਹੀ ਚੱਲੂਗੀ, ਮਤਲਬ ਜਿਹੜੀ ਭਰਤੀ ਵਿੱਚ ਜਦੋਂ ਇਸ਼ਤਿਹਾਰ ਹੈ ਉਹੀ ਰੂਲ ਚੱਲਣੇ ਆ, ਇਹਨਾਂ ਦੇ ਰੂਲ ਚੇਂਜ ਨਹੀਂ ਕੀਤੇ ਜਾ ਸਕਦੇ। ਹੁਣ ਅਸੀਂ ਗੱਲ ਆਨੇ ਆਪਣੇ ਦੇ ਉੱਤੇ, ਅਸੀਂ ਭਰਤੀ ਹੋਏ 4500 ਦੀ ਭਰਤੀ ਦੇ ਉੱਤੇ, ਹੁਣ ਸਾਡੇ ਉੱਤੇ ਰੂਲ ਤੇ ਉਹੀ 4500 ਦੀ ਐਡ ਦੇ ਹੋਣੇ ਚਾਹੀਦੇ ਨਾ ਵੀ ਜੋ 4500 ਦੀ ਭਰਤੀ ਵਿੱਚ ਜੋ ਤੁਸੀਂ ਰੂਲ ਬਣਾਇਆ ਸੈਲਰੀ ਦੇ, ਜੋ ਟਰਮ ਐਂਡ ਕੰਡੀਸ਼ਨ ਉਹੀ ਸਾਡੇ ਤੇ ਲਾਗੂ ਹੋਣੀ ਚਾਹੀਦੀਆਂ ਆ। ਤੇ ਫਿਰ ਇਹ ਸੈਂਟਰ ਪੇ ਸਕੇਲ ਸਾਡੇ ਉੱਤੇ ਕਿੱਦਾਂ ਆ ਰਿਹਾ? ਇਹ ਤਾਂ ਗੈਰ ਕਾਨੂੰਨੀ ਹੈ। ਕਹਿਣ ਦਾ ਭਾਵ ਵੀ ਆਪਣੇ ਹੀ ਬਣਾਏ ਕਾਨੂੰਨਾਂ ਨੂੰ ਆਪਣੇ ਮੁਤਾਬਿਕ ਹੀ ਇਹ ਤੋੜਦੇ ਪਏ। ਮਤਲਬ ਕਿ ਪੰਜਾਬ ਦੇ ਵਿੱਚ ਆਲਰੇਡੀ ਹੀ ਸੈਂਟਰਲ ਸਰਵਿਸ ਰੂਲ ਅਪਲਾਈ ਕਰ ਦਿੱਤਾ ਗਿਆ ਅਕੋਰਡਿੰਗ ਟੂ ਯੂ। 2020 ਤੋਂ ਕੀਤਾ ਜੀ। 2020 ਤੋਂ ਕੀਤਾ ਜੀ। 2020 ਤੋਂ ਸੈਂਟਰਲ ਸਰਵਿਸ ਰੂਲ ਆਲਰੇਡੀ ਕਰ ਦਿੱਤਾ ਗਿਆ ਜੀ। ਹਾਲਾਂਕਿ ਸਵਾਲ ਚੁੱਕੇ ਜਾ ਰਹੇ ਨੇ ਵੀ ਚੰਡੀਗੜ੍ਹ 'ਚ ਕਿਉਂ ਕੀਤਾ ਜਾ ਰਿਹਾ? ਬਿਲਕੁਲ ਜੀ। ਪਰ ਆਲਰੇਡੀ ਪੰਜਾਬ 'ਚ ਹੀ ਇਹ ਚੀਜ਼ ਅਪਲਾਈ ਹੋ ਚੁੱਕੀ ਹੈ ਜੀ, ਪੰਜਾਬ ਗਵਰਨਮੈਂਟ ਕਰ ਚੁੱਕੀ ਹੈ। ਠੀਕ ਹੈ। ਇੱਕ ਹੋਰ ਬੜੀ ਗੱਲ ਆਉਂਦੀ ਹੈ ਵੀ ਕਈ ਵਾਰੀ ਹੁੰਦਾ ਹੈ ਵੀ ਤੁਸੀਂ ਭਰਤੀ ਤਾਂ ਹੋ ਜਾਂਦੇ ਹੋ ਪਰ ਤੁਹਾਨੂੰ ਪੋਸਟਿੰਗਸ ਨਹੀਂ ਦਿੱਤੀਆਂ ਜਾਂਦੀਆਂ, ਅਜਿਹਾ ਮਾਮਲਾ ਕੀ ਹੈ? ਮੈਂ ਗੱਲ ਨਹੀਂ ਤੁਹਾਡੀ ਸਮਝਿਆ ਵੀ ਪੋਸਟਿੰਗ ਜਿੱਦਾਂ ਕਈ ਵਾਰੀ ਹੋ ਜਾਂਦਾ, ਤੁਸੀਂ ਕਹਿੰਦੇ ਹੋ ਵੀ ਠੀਕ ਹੈ ਜੀ ਵੀ ਸਾਨੂੰ ਪੋਸਟਿੰਗ ਨਹੀਂ ਦਿੱਤੀ ਜਾ ਰਹੀ, ਵੀ ਠੀਕ ਹੈ ਟੀਚਰ ਭਰਤੀ ਤਾਂ ਹੋ ਗਿਆ, ਠੀਕ ਹੈ ਜੀ, ਉਹਨੂੰ ਐਪਰੋਪਰੀਏਟ ਪੋਸਟਿੰਗ ਨਹੀਂ ਦਿੱਤੀ ਜਾ ਰਹੀ, ਅਜਿਹਾ ਮਾਮਲਾ ਵੀ ਕੋਈ ਆਉਂਦਾ ਜੀ ਸਾਹਮਣੇ ਕਿ ਨਹੀਂ ਜੀ? ਨਹੀਂ ਸਰ, ਇਸ ਤਰ੍ਹਾਂ ਦਾ ਮਾਮਲਾ ਤਾਂ ਫਿਲਹਾਲ ਹਜੇ ਤੱਕ ਨਹੀਂ, ਪਰ ਇਹਦੇ ਨਾਲ ਰਿਲੇਟਡ ਕੁਝ ਹੋਰ ਪ੍ਰੋਬਲਮਸ ਬਹੁਤ ਆ ਰਹੀਆਂ। ਜਿੱਦਾਂ ਕਿ ਇਸ ਵੇਲੇ ਮੌਜੂਦਾ ਆਪਣੀ ਸਰਕਾਰ ਹੈ,
ਜੀ ਜਾਂ ਪੁਰਾਣੀਆਂ ਸਰਕਾਰਾਂ ਸੀਗੀਆਂ ਜੀ। ਉਹ ਕਾਗਜ਼ਾਂ ਵਿੱਚ ਤਾਂ ਰੌਲਾ ਪਾਉਂਦੀਆਂ ਰਹੀਆਂ ਵੀ ਇੱਕ ਟੀਚਰ ਕੋਲ ਸਿਰਫ ਟੀਚਰ ਦੀ ਹੀ ਇੱਕ ਜਿਹੜਾ ਕੰਮ ਜੀ ਲਿਆ ਜੀ ਜੀ ਜਾਏਗਾ। ਜੀ ਜੀ ਬਟ ਅੱਜ ਦਾ ਟੀਚਰ ਬਹੁਤ ਪਰੇਸ਼ਾਨ ਹੈ ਜੀ। ਜੀ ਟੀਚਰ ਨੂੰ ਸਕੂਲ ਦੇ ਵਿੱਚ ਪੜ੍ਹਾਉਣ ਦਾ ਤਾਂ ਸਮਾਂ ਨਹੀਂ ਦਿੱਤਾ ਜਾ ਰਿਹਾ। ਹੂੰ ਜਿਸ ਸਕੂਲ ਦੇ ਵਿੱਚ 5 ਟੀਚਰਾਂ ਦੀ ਜ਼ਰੂਰਤ ਹੈ ਉੱਥੇ ਟੀਚਰ ਇੱਕ ਹੈ, ਉੱਥੇ ਟੀਚਰ ਇੱਕ ਔਰ ਇੱਕ ਟੀਚਰ ਨੂੰ ਵੀ ਉੱਥੇ ਪੜ੍ਹਾਉਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਉਹਨੂੰ ਮਿਡ ਡੇ ਮੀਲ ਦਾ ਹਿਸਾਬ ਬਣਾ, ਉਹ ਬਾਜ਼ਾਰ 'ਚੋਂ ਜਾ ਕੇ ਰਾਸ਼ਨ ਪਾਣੀ ਲੈ ਕੇ ਆਵੇ, ਉਹੀ ਡਾਕਾਂ ਦਾ ਕੰਮ ਕਰੇ, ਉਹੀ ਇਲੈਕਸ਼ਨ ਆ ਗਏ ਆ ਤੇ ਉਹ ਇਲੈਕਸ਼ਨ ਦੇ ਵਿੱਚ ਡਿਊਟੀ ਦੇਵੇ, ਉਹੀ BLO ਦੀ ਡਿਊਟੀ ਦੇਵੇ। ਔਰ ਨਵਾਂ ਕੰਮ ਇੱਕ ਸਰਕਾਰ ਨੇ ਹੋਰ ਚਲਾਇਆ, ਸਾਡੀ ਡਿਸਟ੍ਰਿਕਟ ਗੁਰਦਾਸਪੁਰ ਦੀ ਮੈਂ ਗੱਲ ਕਰਨ ਲੱਗਾ ਆ, ਪਟਵਾਰੀਆਂ ਦੇ ਕੰਮ ਵੀ ਜਿਹੜੇ ਇੱਕ ਮਾਸਟਰ ਕੋਲ ਲੈ ਜਾ ਰਹੇ ਆ। ਅੱਛਾ ਜਿਹੜੀ ਲਾਲ ਲਕੀਰ ਪਿੱਛੇ ਜੀ ਇਹਨਾਂ ਨੇ ਆਪਣੇ ਐਕਸ CM ਜਿਹੜੇ ਚੰਨੀ ਸਾਹਿਬ ਸੀ, ਉਹਨਾਂ ਨੇ ਇੱਕ ਲਾਲ ਲਕੀਰ ਦੇ ਵਿੱਚ ਜਿਹੜੇ ਲੋਕਾਂ ਦੇ 5 ਮਰਲੇ ਦੇ ਉਹਨਾਂ ਨੂੰ ਰਜਿਸਟਰੀ ਕਰਵਾਉਣ ਦੇ ਲਈ ਕੁਝ ਇਦਾਂ ਦੇ ਆਰਡਰ ਪਾਸ ਕੀਤੇ ਸੀਗੇ, ਉਹਦੀ ਮਿਣਤੀ ਦਾ ਕੰਮ ਵੀ ਜਿਹੜਾ ਸੀ ਇੱਕ ਟੀਚਰ ਨੂੰ ਦੇ ਦਿੱਤਾ। ਦੱਸੋ ਇੱਕ ਟੀਚਰ ਹੈ ਜਿਸ ਨੂੰ ਪਟਵਾਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਜਿਸ ਨੂੰ ਇਹ ਨਹੀਂ ਪਤਾ ਵੀ ਜਗ੍ਹਾ ਕਿੱਦਾਂ ਨਾਪਣੀ ਕਿੱਦਾਂ ਨਹੀਂ, ਕਿਉਂਕਿ ਉਹਨੂੰ ਕੋਈ ਤਜਰਬਾ ਨਹੀਂ ਹੈਗਾ। ਤਜਰਬਾ ਹੀ ਨਹੀਂ, ਕਿਤਾਬਾਂ ਨੇ ਜ਼ਰੂਰ ਪੜ੍ਹਿਆ ਹੈਗਾ ਪਰ ਉਹਨੂੰ ਮਤਲਬ ਪ੍ਰੈਕਟੀਕਲੀ ਤੁਹਾਨੂੰ ਕੋਈ ਤਜਰਬਾ ਨਹੀਂ ਹੈਗਾ ਜੀ। ਟੀਚਰ ਨੂੰ ਫੀਤਾ ਫੜਾ ਕੇ ਤੇ ਉਹਨਾਂ ਨੇ ਗਲੀਆਂ ਨਾਲੀਆਂ ਦੇ ਵਿੱਚ ਤੋਰ ਦਿੱਤਾ, ਪਲਾਟਾਂ ਦੇ ਵਿੱਚ ਤੋਰ ਦਿੱਤਾ ਜੀ। ਕਹਿਣ ਦਾ ਭਾਵ ਇਹ ਆ ਵੀ ਇੱਕ ਟੀਚਰ ਕੋਲੋਂ ਟੀਚਰ ਦਾ ਕੰਮ ਨਹੀਂ ਲਿਆ ਜਾ ਰਿਹਾ, ਹੂੰ ਉਹਨੂੰ ਹਰ ਪਾਸਿਓਂ ਹਰਾਸ਼ ਕੀਤਾ ਜਾ ਰਿਹਾ ਹੈ ਜੀ। ਕਹਿੰਦੇ ਕਿ BLO ਤੱਕ ਦੀਆਂ ਵੀ ਜਿਹੜੀਆਂ ਡਿਊਟੀਆਂ ਨੇ ਉਹ ਵੀ ਟੀਚਰ ਤੱਕ ਨਿਭਾ ਰਹੇ ਨੇ। ਸਰ BLO ਦੀਆਂ ਡਿਊਟੀਆਂ ਕਰ ਰਹੇ ਨਾ, BLO ਦੇ ਨਾਲ ਨਾਲ ਕਈ ਹੋਰ ਡਿਊਟੀਆਂ ਇਹਨਾਂ ਕੋਲ ਲਈਆਂ ਜਾ ਰਹੀਆਂ ਨੇ। ਚਲੋ ਕਰੋਨਾ ਦੀ ਇੱਕ ਤਰਾਸਦੀ ਆਈ ਆ, ਉਹਦੇ ਵਿੱਚ ਵੀ ਟੀਚਰਾਂ ਕੋਲ ਡਿਊਟੀਆਂ ਲਈਆਂ ਗਈਆਂ, ਚਲੋ ਠੀਕ ਆ। ਇੱਕ ਮਹਾਮਾਰੀ ਆਈ ਸੀ, ਅਸੀਂ ਖੁਸ਼ੀ ਉਹ ਡਿਊਟੀਆਂ ਦਿੱਤੀਆਂ ਨੇ ਜੀ, ਅੱਜ ਵੀ ਦੇ ਰਹੇ ਨੇ। ਪਰ ਕਹਿਣ ਦਾ ਭਾਵ ਇਹ ਆ ਵੀ ਪਰ ਜਿਵੇਂ ਟੀਚਰਸ ਦਾ ਕੰਮ ਤਾਂ ਪੜਾਉਣਾ ਹੈ ਨਾ, ਸਾਡਾ ਕੰਮ ਯੂ ਆਰ ਦਾ ਬਿਲਡਰ ਨੇਸ਼ਨ, ਵੀ ਜੇ ਬਿਲਡਰ ਨੇਸ਼ਨ ਨਹੀਂ ਦੂਜੇ ਪਾਸੇ ਲੱਗ ਜਾਏਗਾ ਤੇ ਬੱਚਿਆਂ ਦਾ ਬੇਸ ਕੌਣ ਬਣਾਏਗਾ? ਬਿਲਕੁਲ ਜੀ। ਸਾਨੂੰ ਇਹਨਾਂ ਨੇ ਇੱਕ ਟੀਚਰ ਦੇ ਤੌਰ ਤੇ ਸਿਲੈਕਟ ਕੀਤਾ, ਪਰ ਇੱਕ ਟੀਚਰ ਦੇ ਤੌਰ ਤੇ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਕੀ ਲੱਗ ਰਿਹਾ ਜੀ, ਜਿਵੇਂ ਤੁਸੀਂ 2 ਸਰਕਾਰਾਂ ਦੇਖੀਆਂ ਨੇ, ਸ਼੍ਰੋਮਣੀ ਅਕਾਲੀ ਦਲ ਦੀ ਵੀ ਅਤੇ ਕਾਂਗਰਸ ਦੀ ਵੀ, ਹੁਣ ਇੱਕ ਬਦਲਾਵ ਪੰਜਾਬ ਦੇ ਵਿੱਚ ਆਇਆ, ਕੀ ਕੁਝ ਉਮੀਦ ਹੈ ਆਮ ਆਦਮੀ ਪਾਰਟੀ ਸਰਕਾਰ ਕੋਲੋਂ ਤੁਹਾਨੂੰ? ਕੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਵੀ ਟੀਚਰਸ ਕੋਲੋਂ ਕੋਈ, ਕਿਉਂਕਿ CM ਸਾਹਿਬ ਤਾਂ ਕਹਿੰਦੇ ਸੀਗੇ ਵੀ ਟੀਚਰਸ ਕੋ ਅਸੀਂ ਹੋਰ ਕੰਮ ਨਹੀਂ ਲਵਾਂਗੇ, ਐਲਾਨ ਕੀਤਾ ਸੀ ਇਹਨਾਂ ਨੇ ਭਗਵੰਤ ਮਾਨ ਨੇ। ਜਿਹੜੇ ਪਿਛਲਾ ਤਜਰਬਾ ਨਾ, ਸਰਕਾਰਾਂ ਦੇ ਐਲਾਨ ਤੇ ਹੀ ਐਲਾਨਾਂ ਵਿੱਚ ਹੀ ਰਹਿ ਗਏ, ਗੱਲਾਂ ਵਿੱਚ ਹੀ ਰਹਿ ਗਈਆਂ। ਠੀਕ ਹੈ, ਨਵੀਂ ਸਰਕਾਰ ਆਈ ਹੈ, ਲੋਕਾਂ ਨੇ ਬੜੀ ਵੱਡਾ ਬਹੁਮਤ ਇਹਨਾਂ ਨੂੰ ਦਿੱਤਾ ਹੈ, ਔਰ ਉਹ ਬਹੁਮਤ ਵੱਡਾ ਦੇਣ ਦਾ ਕਾਰਨ ਵੀ ਵੱਡਾ ਇਹ ਹੈ ਵੀ ਲੋਕ ਪਿਛਲੇ ਕਈ ਸਾਲਾਂ ਤੋਂ ਠੱਗਿਆ ਮਹਿਸੂਸ ਕਰ ਰਹੇ ਸੀਗੇ। ਰੈਗੂਲਰ ਇਹਨਾਂ ਨਾਲ ਵਾਅਦੇ ਕੀਤੇ ਜਾਂਦੇ ਸੀਗੇ ਹਰ ਪਾਰਟੀ ਵੱਲੋਂ। ਪਾਰਟੀਆਂ ਨੇ ਇੱਕ ਸਿਸਟਮ ਸੈੱਟ ਕਰ ਲਿਆ ਵੀ ਕੋਈ ਗੱਲ ਨਹੀਂ, 5 ਸਾਲ ਤੇਰਾ ਰਾਜ ਤੇ 5 ਸਾਲ ਮੇਰਾ ਰਾਜ। ਲੋਕਾਂ ਨੇ ਇੱਕ ਚੇਂਜ ਲਿਆਂਦਾ ਆ, ਸਰਕਾਰ ਆਈ ਨੂੰ ਮਹੀਨਾ ਹੋਇਆ ਆ, ਹਜੇ ਅਸੀਂ ਇਸ ਲਈ ਕੁਝ ਕਹਿ ਨਹੀਂ ਸਕਦੇ ਵੀ ਸਰਕਾਰ ਕਿੱਧਰ ਜਾਂਦੀ ਹੈ, ਪਰ ਆਪਣੇ ਇਸ ਕੇਸ ਨੂੰ ਲੈ ਕੇ ਅਸੀਂ ਹੁਣ ਤੱਕ ਸਰਕਾਰ ਨੂੰ ਮਿਲੇ ਆ। ਹੋਈ ਹੈ ਜੀ ਗੱਲ ਕੋਈ? ਸਾਡੀ ਆਪਣੇ ਜਿਹੜੇ ਮੌਜੂਦਾ ਐਜੂਕੇਸ਼ਨ ਮਿਨਿਸਟਰ ਹੈ ਮੀਤ ਹੇਰ ਜੀ, ਉਹਨਾਂ ਨੂੰ 3 ਵਾਰੀ ਮਿਲ ਚੁੱਕੇ ਆ ਜੀ। ਉਹਨਾਂ ਨੇ ਵੀ ਮੰਨਿਆ ਵੀ ਇਹ ਗਲਤ ਹੈ ਜੀ, ਬਟ ਹਜੇ ਤੱਕ ਹੱਲ ਨਹੀਂ ਹੋਇਆ। ਪਰ ਫਾਈਲ ਤਾਂ ਫਾਈਨਾਂਸ ਮਿਨਿਸਟਰੀ ਦੇ ਕੋਲ ਪਈ ਹੈ। ਅਸੀਂ ਇੱਕ ਪ੍ਰੋਟੋਕੋਲ ਫੋਲੋ ਕੀਤਾ ਜੀ ਵੀ ਕੱਲ ਨੂੰ ਕੋਈ ਇਹ ਨਾ ਕਵੇ, ਕਿਉਂਕਿ ਸਾਡੇ ਨਾਲ ਲਾਸਟ ਟਾਈਮ ਇਹ ਪ੍ਰੋਬਲਮ ਹੋ ਚੁੱਕੀ ਹੈ, ਮੈਂ ਤੁਹਾਨੂੰ ਹੁਣੇ ਉਹ ਵੀ ਕਲੀਅਰ ਕਰਦਾ ਜੀ। ਅਸੀਂ ਇੱਕ ਪ੍ਰੋਟੋਕੋਲ, ਕਿਉਂਕਿ ਵੀ ਕਿਸੇ ਦੀ ਈਗੋ ਨਾ ਹਟ ਹੋ ਜੀ ਵੀ ਮੈਂ ਐਜੂਕੇਸ਼ਨ ਮਿਨਿਸਟਰ, ਮੇਰੇ ਕੋਲ ਨਹੀਂ ਆਏ ਤੁਸੀਂ ਸਦੇ ਫਾਈਨੈਂਸ ਮਿਨਿਸਟਰ ਕੋਲ ਚਲੇ ਗਏ। ਅਸੀਂ ਐਜੂਕੇਸ਼ਨ ਮਿਨਿਸਟਰ ਕੋਲ ਗਏ ਹਾਂ, ਉਹਨਾਂ ਨੇ ਮੰਨਿਆ ਵੀ ਇਹ ਗਲਤ ਹੋਇਆ ਆ। ਫਿਰ ਅਸੀਂ ਫਾਈਨੈਂਸ ਮਿਨਿਸਟਰ ਕੋਲ ਗਏ ਹਾਂ, ਉਹ ਜਿਹੜੇ ਫਾਈਨੈਂਸ ਮਿਨਿਸਟਰ ਹੈ ਆਪਣੇ ਚੀਮਾ ਜੀ, ਹਰਪਾਲ ਚੀਮਾ ਜੀ, ਉਹ ਸਰਦਾਰ ਸੋਹਣ ਸਿੰਘ ਕੋ ਟਾਵਰ ਤੇ ਵੀ ਗਏ ਸੀਗੇ। ਅੱਛਾ, ਉਹਨਾਂ ਦੀਆਂ ਵੀਡੀਓਜ਼, ਉਹਨਾਂ ਦੀ ਮੀਡੀਆ ਦੇ ਵਿੱਚ ਕਲਿੱਪ ਸਾਰੇ ਆ ਗਏ, ਜਿਹਦੇ ਵਿੱਚ ਉਹਨਾਂ ਨੇ ਉਸ ਟਾਈਮ ਦੇ ਬੋਲਿਆ ਵੀ ਇਹ ਗੈਰ ਕਾਨੂੰਨੀ ਧੱਕਾ ਆ, ਸਾਡੀ ਸਰਕਾਰ ਬਣੇਗੀ ਤੇ ਅਸੀਂ ਆਂਦਿਆਂ ਇਹਨਾਂ ਦਾ ਹੱਲ ਕਰਾਂਗੇ। ਠੀਕ ਹੈ, ਅਸੀਂ ਅੱਜ ਹਰਪਾਲ ਚੀਮਾ ਜੀ ਨੂੰ ਵੀ 3 ਵਾਰੀ ਮਿਲ ਚੁੱਕੇ ਹਾਂ, ਪਰ ਸਟਿਲ ਹਜੇ ਤੱਕ ਵੀ ਉਹ ਇਹੀ ਕਹਿ ਰਹੇ ਵੀ ਤੁਹਾਡੀ ਮੰਗ ਜਾਇਜ਼ ਹੈ, ਤੁਹਾਡਾ ਧੱਕਾ ਆ, ਪਰ ਹੱਲ ਨਹੀਂ ਹੋ ਰਿਹਾ। 2 ਵਾਰੀ ਅਸੀਂ CM ਹਾਊਸ ਭਗਵੰਤ ਮਾਨ ਜੀ ਦੇ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਅਸੀਂ ਜਾ ਚੁੱਕੇ, ਇੱਕ ਅਸੀਂ ਕੱਲ ਹੋ ਕੇ ਆਏ ਹਾਂ ਜੀ, ਸੌਰੀ ਪਰਸੋਂ, ਅਸੀਂ ਪਰਸੋਂ ਵੀ ਹੋ ਕੇ ਆਏ ਹਾਂ, ਅੰਦਰ ਮਿਲਣ ਗਏ ਹਾਂ। ਠੀਕ ਹੈ, ਭਗਵੰਤ ਮਾਨ ਜੀ ਅੰਦਰ ਸੀਗੇ, ਅਸੀਂ ਸਵੇਰੇ 9 ਵਜੇ ਐਂਟਰੀ ਕੀਤੀ ਹੈ, ਸ਼ਾਮ ਦੇ 5-5:30 ਵਜੇ ਤੱਕ ਭੁੱਖੇ ਪਿਆਸੇ ਅਸੀਂ ਅੰਦਰ ਬੈਠੇ ਰਹੇ ਹਾਂ। ਅੱਛਾ, ਕਿਉਂਕਿ ਅੰਦਰ ਕੁਝ ਵੀ ਉਹ ਜਾਣ ਨਹੀਂ ਦਿੰਦੇ। 5:30 ਵਜੇ ਤੱਕ ਅਸੀਂ ਬੈਠੇ ਰਹੇ ਹਾਂ, ਉਮੀਦ ਇਹੀ ਸੀਗੀ ਵੀ ਤੁਹਾਨੂੰ ਭਗਵੰਤ ਮਾਨ ਜੀ ਨਾਲ ਮਿਲਾਉਂਦੇ ਹਾਂ, ਪਰ ਐਟ ਦਾ ਲਾਸਟ ਸਾਨੂੰ ਭਗਵੰਤ ਮਾਨ ਜੀ ਨਾਲ ਨਹੀਂ ਮਿਲਾਇਆ ਗਿਆ, ਜਦ ਕਿ ਉਹ ਅੰਦਰ ਸੀਗੇ। ਕੋਈ ਅੰਦਰ ਕੋਈ ਜ਼ਿਆਦਾ ਕੋਈ ਖਾਸ ਕੋਈ ਪਰਸਨ ਵੀ ਨਹੀਂ ਹੈ ਇਹਦੇ ਵਿੱਚ ਅੰਦਰ ਉਹਦੀ ਮੀਟਿੰਗ ਚੱਲਦੀ ਹੋਵੇ, ਬਟ ਉਹਨਾਂ ਦੇ ਇੱਕ OSD ਸੀਗੇ, ਉਹ ਮਿਲੇ ਆ, ਉਹਨਾਂ ਨੇ ਉਹੀ ਐਜ਼ ਰੂਟੀਨ ਸਾਡੀ ਗੱਲ ਸੁਣੀ। ਹਾਂ, ਤੁਹਾਡੇ ਨਾਲ ਉਹਨਾਂ ਦੀ ਵੀ ਇਹੀ ਗੱਲ ਆ ਵੀ ਬਿਲਕੁਲ ਜੀ ਤੁਹਾਡਾ ਧੱਕਾ ਆ। ਬੇਸਿਕਲੀ ਉਹ ਹੀ ਆਲਸੋ ਬਿਲੋਂਗ ਟੂ ਐਜੂਕੇਸ਼ਨ ਲਾਈਨ। ਠੀਕ ਹੈ, ਆਈ ਥਿੰਕ ਸ਼ਾਇਦ ਉਹ ਲੈਕਚਰਰ ਸੀਗੇ। ਉਹ ਕਹਿੰਦੇ ਇਹ ਤਾਂ ਬਹੁਤ ਵੱਡਾ ਗਲਤ ਹੈ, 8 ਸਾਲ ਦਾ ਪ੍ਰੋਬੇਸ਼ਨ ਕਿੱਦਾਂ ਹੋ ਗਿਆ, ਤੁਹਾਡੀ 5 ਸਾਲ ਦੀ ਨੌਕਰੀ ਨਹੀਂ ਖਤਮ ਕਰ ਸਕਦੇ। ਮੈਂ ਕਿਹਾ ਭਾਈ ਸਾਡੇ ਨਾਲ ਹੋਇਆ, ਕਹਿੰਦੇ ਇਦਾਂ ਹੋਣਾ ਨਹੀਂ। ਲਾਈਵ ਐਗਜ਼ਾਮਪਲ ਹੈ, ਕਹਿੰਦੇ ਵੀ ਕਿਤਾਬੀ ਨਹੀਂ, ਕੋਈ ਕਿਤਾਬੀ ਨਹੀਂ, ਕੋਈ ਜ਼ਬਾਨੀ ਨਹੀਂ। ਬਿਲਕੁਲ ਜੀ, ਠੀਕ ਹੈ ਨਾ, ਯੂ ਆਰ ਦਾ ਲਾਈਵ ਐਗਜ਼ਾਮਪਲ। ਕਹਿੰਦੇ ਇਹ ਤਾਂ ਤੁਹਾਡਾ ਸਰਕਾਰ ਗਲਤ ਕਰ ਗਈ। ਮੈਂ ਜੀ ਹੁਣ ਜਿਹੜੀ ਸਰਕਾਰ ਗਲਤ ਕਰ ਗਈ ਉਹਦੇ ਚੱਲ ਗਈ, ਠੀਕ ਤੇ ਤੁਸੀਂ ਕਰਨਾ ਕਰੋ। ਠੀਕ, ਹੁਣ ਉਹਨਾਂ ਨੇ ਸਾਡੇ ਕੋਲੋਂ ਅਗਲੀ 5 ਤਰੀਕ ਦਾ ਸਮਾਂ ਮੰਗਿਆ ਜੀ। ਠੀਕ ਹੈ, ਵੀ 5 ਤਰੀਕ ਨੂੰ ਤੁਸੀਂ ਮੇਰੇ ਕੋਲ ਆਓ। ਠੀਕ ਹੈ, ਅਗਰ 5 ਤਰੀਕ ਨੂੰ ਅਸੀਂ ਤੁਹਾਡੇ ਚੈਨਲ ਦੇ ਥਰੂ ਵੀ
ਹੂੰ ਵੀ ਇਹ ਕਲੀਅਰ ਕਰ ਦਿੰਦੇ ਆ, ਅਗਰ 5 ਤਰੀਕ ਨੂੰ ਸਾਡਾ ਹੱਲ ਨਹੀਂ ਹੁੰਦਾ ਜੀ ਤੇ ਅਸੀਂ ਆਪਣੀ ਹੀ ਬਣਾਈ ਹੋਈ ਸਰਕਾਰ ਦੇ ਖਿਲਾਫ ਚੱਲਣ ਦੇ ਲਈ ਅਸੀਂ ਮਜਬੂਰ ਹੋ ਜਾਾਂਗੇ, ਕਿਉਂਕਿ ਸਵਾਲ ਸਾਡੇ ਬੱਚਿਆਂ ਦੀ ਰੋਟੀ ਦਾ ਹੈ, ਬਿਲਕੁਲ ਠੀਕ ਹੈ ਸਵਾਲ ਸਾਡੇ ਕਰੀਅਰ ਦਾ ਹੈ, ਜੀ ਸਵਾਲ ਸਾਡੀ ਮਿਹਨਤ ਦਾ ਆ, ਸਵਾਲ ਸਾਡੇ ਖੂਨ ਪਸੀਨੇ ਦਾ ਆ, ਜਿਹੜੇ ਅਸੀਂ ਇੰਨੀ ਦੇਰ ਇਸ ਵਿਭਾਗ ਨੂੰ ਦਿੱਤਾ ਆ। ਜੀ ਸਾਡੀ ਸਰਵਿਸ ਖਤਮ ਕੀਤੀ ਜਾ ਰਹੀ ਹੈ, ਜੀ। ਸਾਡੀ ਸਰਵਿਸ ਨਾਲ ਖਾਧੀ ਜਾ ਰਹੀ ਹੈ, ਪੰਜਾਬੀ ਕਹੀਏ ਵੀ ਸਾਡੀ ਸਰਵਿਸ ਪੁਰਾਣੀ ਸਰਕਾਰ ਖਾ ਗਈ। ਜੀ ਸਰਦਾਰ ਸੋਹਣ ਸਿੰਘ ਜੀ, ਕਿਵੇਂ ਲੱਗ ਰਿਹਾ ਜੀ? ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ, ਮੈਨੇਜ ਕਰਨਾ ਤਾਂ ਬਹੁਤ ਔਖਾ ਹੋ ਜਾਂਦਾ ਹੋਣਾ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਖਰਚਾ ਵੱਧ ਹੈ ਤੇ ਆਮਦਨ ਘੱਟ ਹੈ, ਕਿਵੇਂ ਮੈਨੇਜ ਕਰ ਰਹੇ ਹੋ? ਇਸ ਨੂੰ ਮੈਨੇਜ ਨਾ ਕਰਨ ਦੀ ਹਾਲਤ ਕਾਰਨ ਹੀ ਇਹ ਡਿਸੀਜਨ ਸੀ ਜਿਹੜਾ ਮੇਰੇ ਵੱਲੋਂ ਲਿਆ ਗਿਆ ਸੀਗਾ। ਚਲੋ ਇੱਕ ਉਮੀਦ ਦੇ ਸਿਰ ਤੇ ਇਹ ਡਿਸੀਜਨ ਫਿਰ ਤੋਂ ਲਿਆ ਸੀ ਵੀ ਕੋਈ ਗੱਲ ਨਹੀਂ, ਦੇਖਦੇ ਆ ਇਹ ਕਰਨਗੇ। ਤੇ ਰਹੀ ਗੱਲ ਹਰਪਾਲ ਸਿੰਘ ਚੀਮਾ ਜੀ ਦੀ, ਉਹ ਵੀ ਮੇਰੇ ਕੋਲ ਗਏ ਸੀ ਉਸ ਟਾਈਮ, ਜਿਨ੍ਹਾਂ ਨੇ ਖੁਦ ਮੰਨਿਆ ਸੀ ਵੀ ਤੁਹਾਡੇ ਨਾਲ ਧੱਕਾ ਹੋਇਆ, ਅਸੀਂ ਆਪਣੀ ਸਰਕਾਰ ਆਉਣ ਤੇ ਜ਼ਰੂਰ ਕਰਾਂਗੇ। ਸੋ ਜੇ ਆਪਾਂ ਡਿਬੇਟ ਦੀ ਵੀ ਗੱਲ ਕਰ ਲਈ, ਜਿੱਦਾਂ ਪ੍ਰਧਾਨ ਸਾਹਿਬ ਨੇ ਤੁਹਾਨੂੰ ਸਾਰੀ ਸਮਝਾਇਆ ਵੀ ਕਿੱਦਾਂ ਵਿਭਾਗੀ ਇਹ ਗਲਤੀ ਹੋਈ ਸੀ, ਉਸ ਗੱਲ ਤੇ ਮੋਹਰ ਵੀ ਲੱਗ ਚੁੱਕੀ ਹੈ। ਮੋਹਰ ਕਿੱਦਾਂ ਲੱਗ ਚੁੱਕੀ ਹੈ? ਇਹਨਾਂ ਨੇ ਫਾਈਲ ਜਿਹੜੀ ਬਣਾ ਕੇ ਉਹ ਫਾਈਨਾਂਸ ਮਿਨਿਸਟਰ ਭੇਜੀ ਹੋਈ ਆ, ਖੁਦ ਮੰਨ ਚੁੱਕੇ ਨੇ। ਉਸ ਫਾਈਲ ਦੇ ਵਿੱਚ ਟੋਟਲੀ ਲਿਖਿਆ ਜਾ ਚੁੱਕਿਆ ਵੀ ਟੋਟਲੀ ਡਿਪਾਰਟਮੈਂਟ ਮਿਸਟੇਕ ਆ। ਸੋ ਅੱਜ ਜਦੋਂ ਕਲੀਅਰ ਹੋ ਗਈ ਸਾਰੀ ਗੱਲ, ਹੁਣ ਗੱਲ ਖੜੀ ਆ ਫਾਈਨਾਂਸ ਮਿਨਿਸਟਰ ਤੇ। ਸੋ ਅਸੀਂ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਵੀ 3 ਵਾਰੀ ਮਿਲ ਚੁੱਕੇ ਹਾਂ, ਉਹਨਾਂ ਨੇ ਮੰਨਿਆ ਤੇ ਉਮੀਦ ਕਰਦੇ ਹਾਂ ਵੀ ਜਲਦੀ ਉਹ ਇਸ ਦਾ ਹੱਲ ਕਰਨਗੇ। ਜਿੱਦਾਂ ਕਿ ਸੀਐਮ ਸਾਹਿਬ ਨੇ ਵੀ 5 ਤਰੀਕ ਦਾ ਟਾਈਮ ਆ ਜਿਹੜਾ ਦਿੱਤਾ ਹੈ, ਉਹਨਾਂ ਦੇ ਆਪਣੇ OSD ਦੇ ਰਾਹੀਂ ਹੱਲ ਹੁੰਦਾ ਠੀਕ ਆ, ਨਹੀਂ ਮਜਬੂਰ ਬਸ ਅੱਗੇ ਦੇ ਜਿਹੜੇ ਪਲੈਨਿੰਗਸ ਕਰਕੇ ਜੋ ਵੀ ਸਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਉਹਦੇ ਅਗੇਂਸਟ ਅਸੀਂ ਜ਼ਰੂਰ ਉਤਰਾਂਗੇ। ਜੀ ਤੁਸੀਂ ਵੇਖ ਰਹੇ ਸੀ ਪੰਜਾਬ ਟੁਡੇ ਦਾ ਵਿਸ਼ੇਸ਼ ਪ੍ਰੋਗਰਾਮ ਮੁਲਾਜ਼ਮ ਲਹਿਰ, ਜਿਸ ਵਿੱਚ ETT ਟੀਚਰਸ ਵੱਲੋਂ ਜੋ ਦਿੱਕਤਾਂ ਆ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਿਆ। ETT ਐਲੀਮੈਂਟਰੀ ਟੀਚਰ ਟ੍ਰੇਨਿੰਗ, ਜੋ LKG ਤੋਂ ਲੈ ਕੇ 5th ਤੱਕ ਦੇ ਬੱਚਿਆਂ ਦਾ ਇੱਕ ਬੇਸ ਬਣਾਉਂਦੇ ਨੇ। ਦੇ ਆਰ ਦਾ ਬਿਲਡਰ ਨੇਸ਼ਨ। ਪਰ ਬਿਲਡਰ ਨੇਸ਼ਨ ਨੂੰ ਜਦੋਂ ਅਜਿਹੀ ਦਿੱਕਤਾਂ ਆਉਂਦੀਆਂ ਨੇ ਤਾਂ ਫਿਰ ਸਵਾਲ ਤੁਹਾਡੇ ਸਾਹਮਣੇ ਹੈ ਕਿ ਹਾਲਾਤ ਕਿਸ ਕਦਰ ਤੱਕ ਜਾਣਗੇ। ਪੰਜਾਬ ਟੁਡੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।